श्री वाहिगुरु साहिब जीओ। सूही महला पहला। जिन कहो भांडे पाओ तिना सवारसी। सूखी करे पसाओ दुख विसारसी। सहसा मूले नाहे सर पर तारसी। तिना मिलया गुर आए जिन कहो लिखया। अमृत हर का नाओ देवै दिखया। चल है सतगुर पाए भवहे ना पीखया। जाको महल हजूर दूजे निवै किसो। दार दरबाणी नाहे मूले पोछ तिस। छुटै ताकै बोल साहिब नादर जिस। कल्ले आने आप जिस नाही दूजा मत कोई। ढाहे उसारे साज जाने सब सोए। नाओ नानक बख्शीस नगरी कर्म होए। जिन कहो भांडे पाओ। वाहिगुरु जी का खालसा वाहिगुरु जी की फतेह। पतित पावन भगत वत्सल अंतरजामी करुणा निधान गुरु गरीब नवाज। कलयुग के तारणहारे शब्द गुरु। दसाहें पातशाहियाँ के आत्मिक स्वरूप सतगुरु। जुगो जुग अटल सतगुरु। तखत छतर चवर दे मालिक सतगुरु। शब्दा अवतार सतगुरु। धन धन श्री गुरु ग्रंथ साहिब महाराज सच्चे पातशाह दे पावन पवित्र हजूरी अंदर जुड़ बैठे गुरु खालसा साध संगत जीओ। सतगुरु जी दी महान बख्शिश दा सदका ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ ਆਸਾ ਕੀ ਵਾਰ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। आओ साध संगत जी होर भी कोई समा प्यार सत्कार सहित महाराज साहिब जी के चरणों में बैठ के सतगुरु जी का अमृतमय पावन उपदेश सरवण करके लाहे प्राप्त करिए। विचार की प्रारंभता तो पहला जरूरी है चित्त नूं एकाग्र करना। सरबत संगत असीस बख्शिश करो। धन श्री गुरु ग्रंथ साहिब महाराज जी नूं सीस झुका के रसना तो प्यार नाल उचारण करो। जी करो रसना पवित्र सतनाम श्री वाहिगुरु साहिब। सतनाम श्री वाहिगुरु साहिब जी। सूही महला पहला। जिन कहो भांडे पाओ। धन सतगुरु श्री गुरु नानक देव साहिब जी महाराज सतगुरु जी के चरणों में पश्चिमी इलाके की संगत चल करके आई। तिन्हां ने महाराज साहिब जी के चरणों में बेनती की, गरीब नवाज अकाल पुरख परमात्मा किस जीव के हिरदे नूं सवारदा है। सारी सृष्टि भावें परमात्मा की पैदा की है। जितने भी तमाम पैदा किए हुए जीव जंतु हैं आप कृपा करके दसो महाराज सानू उपदेश बख्शो कि परमात्मा किस जीवन नूं सवारदा है, किस दे हिरदे नूं परमेश्वर सवार देंदा है।
ਹਜੂਰ ਨੇ ਸੂਹੀ ਰਾਗ ਦੇ ਅੰਦਰ ਇਹ ਸ਼ਬਦ ਉਚਾਰਨ ਕਰਕੇ ਉਪਦੇਸ਼ ਬਖਸ਼ਿਸ਼ ਕੀਤਾ। ਹਜੂਰ ਫਰਮਾਉਂਦੇ ਹਨ, ਜਿਨ ਕਉ ਭਾਂਡੈ ਪਾਉ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਬਖਸ਼ਿਸ਼ ਕਰ ਰਹੇ ਹੈ। ਹੇ ਗੁਰਸਿੱਖੋ, ਜਿਨ੍ਹਾਂ ਦੇ ਹਿਰਦੇ ਰੂਪ ਭਾਂਡੇ ਵਿੱਚ ਪ੍ਰਮਾਤਮਾ ਦੇ ਚਰਨਾਂ ਦਾ ਪਿਆਰ ਹੁੰਦਾ ਹੈ, ਭਾਉ ਨਾਮ ਪਿਆਰ ਦਾ ਹੈ, ਭਾਉ ਨਾਮ ਭਾਵਨਾ ਦਾ ਹੈ। ਜਿਸ ਹਿਰਦੇ ਅੰਦਰ ਮਹਾਰਾਜ ਕਹਿੰਦੇ ਪਰਮੇਸ਼ਰ ਦੇ ਚਰਨਾਂ ਦਾ ਪਿਆਰ ਹੈ, ਪ੍ਰਮਾਤਮਾ ਦੇ ਸਰੂਪ ਦੀ ਭਾਵਨਾ ਆਪਣੇ ਹਿਰਦੇ ਅੰਦਰ ਜਿਨ੍ਹਾਂ ਨੇ ਧਾਰਨ ਕਰਕੇ ਰੱਖੀ ਹੈ, ਕੇਵਲ ਇੱਕੋ ਇੱਕ ਮਨ ਦੇ ਅੰਦਰ ਭਾਵਨਾ ਹੈ, ਤੈਨਾ ਸਵਾਰਸੀ। ਐ ਗੁਰਸਿੱਖੋ, ਉਹਨਾਂ ਦੇ ਹਿਰਦੇ ਨੂੰ ਪ੍ਰਮਾਤਮਾ ਸ਼ੁਭ ਗੁਣਾਂ ਦੇ ਸਹਿਤ ਸਵਾਰ ਦਿੰਦਾ ਹੈ। ਪਰਮੇਸ਼ਰ ਐਸੀ ਉਹਨਾਂ ਜੀਵਾਂ ਤੇ ਕਿਰਪਾ ਕਰਦਾ ਹੈ ਕਿ ਉਹਨਾਂ ਦਾ ਜਿਹੜਾ ਹਿਰਦਾ ਹੈ ਸਾਧ ਸੰਗਤ ਜੀ ਚੰਗੀ ਤਰ੍ਹਾਂ ਸਵਾਰਿਆ ਜਾਂਦਾ, ਭਾਵ ਹਿਰਦਾ ਸ਼ੁੱਧ ਹੋ ਜਾਂਦਾ ਹੈ, ਹਿਰਦਾ ਨਿਰਮਲ ਹੋ ਜਾਂਦਾ ਹੈ, ਹਿਰਦਾ ਉਜਲ ਹੋ ਜਾਂਦਾ ਹੈ ਜਦੋਂ ਪ੍ਰਮਾਤਮਾ ਜੀਵ ਤੇ ਕਿਰਪਾ ਕਰਦਾ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਹੋਣੇ ਕਰਕੇ ਜੀਵ ਦੇ ਹਿਰਦੇ ਅੰਦਰ ਪਰਮ ਪਿਆਰ, ਪਰਮੇਸ਼ਰ ਦੇ ਚਰਨਾਂ ਦਾ ਪਿਆਰ ਹੋਵੇ। ਪਰਮੇਸ਼ਰ ਆਪ ਹੀ ਕਿਰਪਾ ਕਰਕੇ ਜੀਵ ਦੇ ਹਿਰਦੇ ਨੂੰ ਸਵਾਰ ਦਿੰਦਾ ਹੈ। ਸੰਗਤ ਜੀ, ਜਿਤਨੀਆਂ ਵੀ ਸੰਸਾਰ ਭਰ ਦੇ ਵਿੱਚ ਸਾਧਨਾ ਹਨ, ਸਭ ਤੋਂ ਵੱਡੀ ਤੇ ਅਮੋਲਕ ਸਾਧਨਾ ਹੈ ਪਰਮੇਸ਼ਰ ਦਾ ਪਿਆਰ, ਪ੍ਰੇਮ ਦੀ ਸਾਧਨਾ। ਹਿਰਦੇ ਅੰਦਰ ਜੇ ਪ੍ਰਮਾਤਮਾ ਦੇ ਚਰਨਾਂ ਦਾ ਪ੍ਰੇਮ ਹੈ, ਭਾਵੇਂ ਥੋੜਾ ਸਮਾਂ ਵੀ ਪ੍ਰਮਾਤਮਾ ਨੂੰ ਯਾਦ ਕਰਦਾ ਹੈ, ਕੇਵਲ ਹਿਰਦੇ ਦਾ ਪਿਆਰ ਦੇ ਕੇ ਹੀ ਪ੍ਰਮਾਤਮਾ ਪ੍ਰਸੰਨ ਹੋ ਜਾਂਦਾ ਹੈ। ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਜੀ ਦੇ ਚਰਨਾਂ ਦਾ ਪਿਆਰ ਧਾਰਨ ਕੀਤਾ ਸੀ, ਮਹਾਰਾਜ ਸਾਹਿਬ ਜੀ ਨੇ ਤਿੰਨਾਂ ਪ੍ਰਥਾਏ ਗੁਰਬਾਣੀ ਵਿੱਚ ਬਚਨ ਉਚਾਰਨ ਕੀਤੇ ਹਨ। ਰਾਜਨ ਕੌਣ ਤੁਮਾਰੇ ਆਵੈ, ਐਸੋ ਭਾਉ ਬਿਦਰ ਕੋ ਦੇਖਿਓ, ਉਹ ਗਰੀਬ ਮੋਹਿ ਭਾਵੈ। ਭਾਵੇਂ ਸਾਧ ਸੰਗਤ ਜੀ ਆਰਥਿਕ ਪੱਖ ਤੋਂ ਬਹੁਤ ਗਰੀਬੀ ਵੀ ਕਿਉਂ ਨਾ ਹੋਵੇ ਘਰ ਦੇ ਵਿੱਚ, ਪਰ ਪ੍ਰਮਾਤਮਾ ਹਿਰਦੇ ਦਾ ਪਿਆਰ ਦੇਖ ਕਰਕੇ ਪ੍ਰਸੰਨ ਹੁੰਦਾ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਜਿਨ ਕੈ ਭਾਂਡੈ ਭਾਉ ਤਿਨਾ ਸਵਾਰਸੀ। ਜਿਸ ਹਿਰਦੇ ਰੂਪ ਭਾਂਡੇ ਵਿੱਚ ਪ੍ਰਮਾਤਮਾ ਦੇ ਚਰਨਾਂ ਦਾ ਪ੍ਰੇਮ ਰੂਪੀ ਪਦਾਰਥ ਪਿਆ ਹੋਇਆ ਹੈ, ਪਿਆਰ ਦਾ ਪਦਾਰਥ ਜਿਨ੍ਹਾਂ ਨੇ ਆਪਣੇ ਹਿਰਦੇ ਅੰਦਰ ਧਾਰਨ ਕੀਤਾ, ਉਹਨਾਂ ਦੇ ਹਿਰਦੇ ਨੂੰ ਪ੍ਰਮਾਤਮਾ ਨੇ ਸ਼ੁਭ ਗੁਣਾਂ ਦੇ ਸਹਿਤ ਸਵਾਰ ਦਿੱਤਾ ਹੈ। ਉਹਨਾਂ ਦੇ ਹਿਰਦਿਓਂ ਪ੍ਰਮਾਤਮਾ ਨੇ ਹਉਮੈ ਦੀ, ਹੰਕਾਰ ਦੀ ਮੈਲ ਦੂਰ ਕਰ ਦਿੱਤੀ ਹੈ। ਪਰਮਾਤਮਾ ਨੇ ਲੋਭ ਦੇ, ਸ਼ਰੀਰਾਂ ਦੇ, ਮੋਹ ਦੇ, ਕ੍ਰੋਧ ਆਦਿਕ ਜਿਤਨੀਆਂ ਵੀ ਮੈਲਾਂ ਜਾਂ ਪੂਰਬਲੇ ਪਾਪ ਕਰਮਾਂ ਦੀ ਮੈਲ ਚੰਬੜੀਆਂ ਹੋਈਆਂ ਸਨ, ਸਭ ਪਰਮਾਤਮਾ ਨੇ ਦੂਰ ਕਰ ਦਿੱਤੀਆਂ ਨੇ। ਮਲ, ਵਿਖੇਪ, ਆਵਰਣ ਆਦਿਕ ਜਿਤਨੇ ਵੀ ਮਹਾਰਾਜ ਕਹਿੰਦੇ ਪਾਪ ਕਰਮਾਂ ਰੂਪੀ ਪੜਦੇ ਪਏ ਹੋਏ ਸਨ, ਪਰਮਾਤਮਾ ਨੇ ਤਿਨਾਂ ਨੂੰ ਦੂਰ ਕਰ ਦਿੱਤਾ, ਹਿਰਦੇ ਨੂੰ ਸਵਾਰ ਦਿੱਤਾ ਹੈ। ਜੇ ਹਿਰਦੇ ਅੰਦਰ ਵਾਹਿਗੁਰੂ ਦੇ ਚਰਨਾਂ ਦਾ ਪਰਮ ਪਿਆਰ ਧਾਰਨ ਕੀਤਾ ਹੈ। ਸੰਗਤ ਜੀ, ਕਈ ਵਾਰ ਪਿਆਰ ਵਿੱਚ ਭਿੱਜੇ ਹੋਏ ਗੁਰਸਿੱਖ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦੇ ਨੇ, ਭਾਵੇਂ ਕੋਹਾਂ ਦੂਰ ਹੋਣ, ਪਰ ਫਿਰ ਵੀ ਗਰੀਬ ਨਵਾਜ ਸਤਿਗੁਰੂ ਜੀ ਆਪ ਤਿਨਾਂ ਦੇ ਹਿਰਦੇ ਨੂੰ ਉਹਨਾਂ ਦੇ ਕੋਲ ਪਹੁੰਚ ਕਰਕੇ ਸਵਾਰ ਦਿੰਦੇ ਆ। ਸੰਗਲਾ ਦੀਪ ਦੇ ਵਿੱਚ ਸ਼ਿਵਨਾਭ ਰਾਜਾ ਸਤਿਗੁਰੂ ਜੀ ਨੂੰ ਯਾਦ ਕਰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿੰਨੇ ਕਿੰਨੇ ਕੋਹਾਂ, ਹਜ਼ਾਰਾਂ ਕੋਹਾਂ ਦੂਰ ਜਾ ਕਰਕੇ ਵੀ ਤਿਨਾਂ ਦੇ ਜੀਵਨ ਨੂੰ ਸਵਾਰ ਦਿੰਦੇ ਆ। ਜੇ ਹਿਰਦੇ ਅੰਦਰ ਸੱਚਾ ਪਿਆਰ ਧਾਰਨ ਕੀਤਾ ਹੈ, ਇੱਕ ਪ੍ਰਮਾਤਮਾ ਦਾ ਪਿਆਰ ਹੀ ਐਸੀ ਅਮੋਲਕ ਦਾਤ ਹੈ ਜਿਹੜਾ ਇਹ ਵਿਛੜੇ ਹੋਏ ਜੀਵ ਨੂੰ ਪ੍ਰਮਾਤਮਾ ਦੇ ਨਾਲ ਮਿਲਾ ਦਿੰਦਾ ਹੈ। ਜੇ ਹਿਰਦੇ ਅੰਦਰ ਪਿਆਰ ਨਹੀਂ ਹੈ, ਬੱਧਾ ਚੱਟੀ ਭਰਦਾ ਹੈ ਜੀਵਨ ਦੇ ਅੰਦਰ, ਫਿਰ ਸਾਧ ਸੰਗਤ ਜੀ ਉੱਥੇ ਹੰਕਾਰ ਦੀ ਬਦਬੂ ਆਉਣ ਲੱਗ ਪੈਂਦੀ ਹੈ। ਉਹ ਜੀਵ ਹੰਕਾਰੀ ਬਣ ਜਾਂਦਾ ਹੈ। ਪਿਆਰ ਤੋਂ ਬਿਨਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਪ੍ਰਮਾਤਮਾ ਨੂੰ ਪਾਏ ਨਹੀਂ ਜਾ ਸਕਦਾ। ਜਿੰਨੀ ਮਰਜ਼ੀ ਜੀਵਨ ਦੇ ਵਿੱਚ ਸਾਧਨਾਵਾਂ ਕਰ ਕਰਕੇ ਦੇਖ ਲਵੇ, ਪਰ ਜਿੰਨੀ ਦੇਰ ਤੱਕ ਹਿਰਦੇ ਅੰਦਰ ਸੱਚਾ ਪ੍ਰੇਮ ਨਹੀਂ ਪ੍ਰਮਾਤਮਾ ਦਾ, ਉਨੀ ਦੇਰ ਤੱਕ ਕਦੇ ਪ੍ਰਮਾਤਮਾ ਨਹੀਂ ਮਿਲਣ ਵਾਲਾ। ਤਾਂ ਹੀ ਗੁਰੂ ਕਲਗੀਧਰ ਪਿਤਾ ਮਹਾਰਾਜ ਸਾਹਿਬ ਜੀ ਨੇ ਬਚਨ ਕਹੇ ਹਨ, ਸਾਚ ਕਹਾਉ ਸੁਨ ਲੇਹੁ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ।
ਜਿਨ੍ਹਾਂ ਨੇ ਪ੍ਰਮਾਤਮਾ ਦੇ ਚਰਨਾਂ ਦਾ ਪ੍ਰੇਮ ਹਿਰਦੇ ਰੂਪ ਭਾਂਡੇ ਵਿੱਚ ਧਾਰਨ ਕੀਤਾ ਹੈ, ਤਿਨਾਂ ਨੇ ਹੀ ਪ੍ਰਮਾਤਮਾ ਨੂੰ ਪਾਵਣਾ ਕੀਤਾ ਹੈ ਭਾਵੇਂ ਅੰਦਰ ਹੀ ਹੈ, ਪਰ ਮਤ ਤੇ ਕੋਈ ਨਾ ਕੋਈ ਪ੍ਰਮਾਤਮਾ ਪੜਦਾ ਪਾ ਛੱਡਦਾ ਹੈ। ਕਦੇ ਹੰਕਾਰ ਦਾ, ਕਦੇ ਭਰਮ ਦਾ, ਕਦੇ ਸ਼ਰੀਰਾਂ ਦੇ ਮੋਹ ਦਾ, ਕਦੇ ਪਦਾਰਥਾਂ ਦੀ ਮਮਤਾ ਦਾ, ਕੋਈ ਨਾ ਕੋਈ ਪੜਦਾ ਜੀਵ ਦੀ ਮਤ ਤੇ ਪਾ ਛੱਡਦਾ, ਜਿਸ ਕਰਕੇ ਹਿਰਦੇ ਘਰ ਵਿੱਚ ਹੁੰਦਾ ਹੋਇਆ ਵੀ ਉਹ ਪ੍ਰਮਾਤਮਾ ਨਜ਼ਰ ਨਹੀਂ ਆਉਂਦਾ। ਪਰ ਹਿਰਦੇ ਦਾ ਪਰਮ ਪਿਆਰ ਦੇਖ ਕਰਕੇ ਪ੍ਰਮਾਤਮਾ ਸਭ ਪੜਦੇ ਦੂਰ ਕਰ ਦਿੰਦਾ। ਸਾਰੇ ਮੋਹ ਮਮਤਾ ਦੇ ਪੜਦੇ, ਮਮਤਾ ਮੋਹ ਮਮਤਾ ਦੀਆਂ ਕਨਾਤਾਂ ਵੀ ਪ੍ਰਮਾਤਮਾ ਦੂਰ ਕਰ ਦਿੰਦਾ, ਅਭਾਵ ਕਰ ਦਿੰਦਾ ਹੈ। ਹੰਕਾਰ ਰੂਪੀ ਭਰਮਾ ਰੂਪੀ ਪੜਦੇ ਵੀ ਪ੍ਰਮਾਤਮਾ ਕੱਟ ਦਿੰਦਾ ਹੈ। ਜਿਸ ਕਰਕੇ ਮਹਾਰਾਜ ਕਹਿੰਦੇ ਜੀਵ ਦਾ ਜਿਹੜਾ ਜੀਵਨ ਹੈ ਨਾ ਸਫਲਾ ਹੋ ਜਾਂਦਾ ਹੈ। ਇਸ ਲਈ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ, ਕਹਿਣ ਲੱਗੇ ਜਿਨ ਕਉ ਭਾਂਡਾ ਭਾਓ ਤਿਨਾ ਸਵਾਰ ਸੀ। ਸਿੱਖਾਂ ਦੇ ਬੇਨਤੀ ਕਰਨ ਤੇ ਪੁੱਛਣ ਤੇ ਮਹਾਰਾਜ ਸਾਹਿਬ ਜੀ ਨੇ ਅੱਗੋਂ ਜਵਾਬ ਦਿੱਤਾ, ਹੇ ਗੁਰਸਿੱਖੋ ਹਿਰਦੇ ਅੰਦਰ ਪਿਆਰ ਧਾਰਨ ਕਰੋ। ਜਿਸ ਹਿਰਦੇ ਰੂਪ ਭਾਂਡੇ ਵਿੱਚ ਪ੍ਰਮਾਤਮਾ ਦੇ ਚਰਨਾਂ ਦਾ ਪਿਆਰ ਹੋਵੇਗਾ, ਪ੍ਰਮਾਤਮਾ ਆਪ ਹੀ ਕਿਰਪਾ ਕਰਕੇ ਤਿਨਾਂ ਦੇ ਹਿਰਦੇ ਨੂੰ ਸਵਾਰ ਦੇਵੇਗਾ, ਤਿਨਾਂ ਦੇ ਜੀਵਨ ਦੀ ਸਫਲਤਾ ਬਣਾ ਦੇਵੇਗਾ। ਸੁਖੀ ਕਰੈ ਪਸਾਓ, ਫਿਰ ਉਹਨਾਂ ਦੇ ਜੀਵਨ ਦੇ ਅੰਦਰ ਪ੍ਰਮਾਤਮਾ ਸੁੱਖਾਂ ਦਾ ਪਸਾਰਾ ਪਸਰ ਦੇਂਦਾ, ਭਾਵ ਸੁੱਖ ਉਹਨਾਂ ਦੀ ਝੋਲੀ ਵਿੱਚ ਪਾ ਦਿੰਦਾ ਹੈ। ਜਿਨ੍ਹਾਂ ਦੇ ਹਿਰਦੇ ਅੰਦਰ ਪ੍ਰਮਾਤਮਾ ਦਾ ਸੱਚਾ ਪਿਆਰ ਹੁੰਦਾ ਹੈ, ਦੁੱਖ ਵਿਸਾਰਸੀ, ਤੇ ਜਿਤਨੇ ਵੀ ਜੀਵਨ ਦੇ ਅੰਦਰ ਦੁੱਖ ਹਨ ਉਹਨਾਂ ਨੂੰ ਵਿਸਰਜਨ ਕਰ ਦਿੰਦਾ ਹੈ, ਅਭਾਵ ਕਰ ਦਿੰਦਾ ਹੈ। ਐਸੀ ਮਹਾਰਾਜ ਕਹਿੰਦੇ ਪ੍ਰਮਾਤਮਾ ਦੀ ਵਡਿਆਈ ਹੈ। ਜੇ ਕੇਵਲ ਪਿਆਰ ਹੀ ਵਾਹਿਗੁਰੂ ਦੇ ਚਰਨਾਂ ਦਾ ਹਿਰਦੇ ਵਿੱਚ ਧਾਰਨ ਕਰ ਲਵੇ ਨਾ, ਪਿਆਰ ਵਿੱਚ ਭਿੱਜ ਕੇ ਪ੍ਰਮਾਤਮਾ ਨੂੰ ਯਾਦ ਕਰੇ, ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਕਹਿੰਦੇ ਹਨ ਉਹਨਾਂ ਦੇ ਦੁੱਖ ਪ੍ਰਮਾਤਮਾ ਦੂਰ ਕਰ ਦਿੰਦਾ ਤੇ ਸੁੱਖ ਉਹਨਾਂ ਦੀ ਝੋਲੀ ਵਿੱਚ ਪਾ ਦਿੰਦਾ ਹੈ। ਐਸੀ ਪ੍ਰਮਾਤਮਾ ਦੀ ਵਡਿਆਈ ਹੈ। ਸੰਗਤ ਜੀ, ਜੇ ਸੰਸਾਰ ਦੇ ਵਿੱਚ ਪਦਾਰਥਾਂ ਦੇ ਨਾਲ ਪਿਆਰ ਕਰਦਾ ਹੈ, ਧਨ ਦੇ ਨਾਲ ਪਿਆਰ ਕਰਦਾ ਹੈ, ਸੰਬੰਧੀਆਂ ਦੇ ਨਾਲ, ਮਿੱਤਰਾਂ ਦੇ ਨਾਲ ਪਿਆਰ ਕਰਦਾ ਹੈ, ਇਹਨਾਂ ਕਰਕੇ ਜੀਵ ਨੂੰ ਸੁੱਖਾਂ ਦੀ ਥਾਂ ਤੇ ਦੁਖੀ ਹੋਣਾ ਪੈਂਦਾ। ਸੁੱਖ ਨਹੀਂ ਕਦੇ ਵੀ ਜੀਵ ਨੂੰ ਪ੍ਰਾਪਤ ਹੁੰਦਾ, ਦੁਖੀ ਜ਼ਰੂਰ ਹੋਣਾ ਪੈਂਦਾ ਹੈ। ਕੇਵਲ ਤੁਸ਼ ਕੋ ਮਾਤਰ ਸਮੇਂ ਦਾ ਸੁੱਖ ਮਿਲਦਾ ਵੀ ਤਨ ਕਰਕੇ, ਮਨ ਕਰਕੇ ਕਦੇ ਵੀ ਜੀਵ ਦੀ ਝੋਲੀ ਵਿੱਚ ਸੁੱਖ ਨਹੀਂ ਕਦੇ ਪੈਣਾ ਕਰਦਾ। ਆਤਮਿਕ ਸੁੱਖ ਤਾਂ ਪ੍ਰਾਪਤ ਹੁੰਦਾ ਜੇ ਪ੍ਰਮਾਤਮਾ ਦੇ ਨਾਲ ਪਿਆਰ ਕਰਦਾ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਹਜੂਰ ਬਖਸ਼ਿਸ਼ ਕਰ ਰਹੇ ਹਨ, ਸੁਖੀ ਕਰੈ ਪਸਾਓ ਦੁਖ ਵਿਸਾਰਸੀ। ਉਹ ਪ੍ਰਮਾਤਮਾ ਦੁੱਖਾਂ ਨੂੰ ਵਿਸਰਜਨ ਕਰ ਦਿੰਦਾ ਹੈ। ਦੁੱਖ ਉਹਨਾਂ ਦੇ ਜੀਵਨ ਦੇ ਵਿੱਚੋਂ ਖੰਭ ਲਾ ਕਰਕੇ ਉੱਡ ਜਾਂਦੇ ਆ। ਜੰਮਣ ਤੇ ਮਰਨ ਦਾ ਦੁੱਖ ਵੀ ਪ੍ਰਮਾਤਮਾ ਉਹਨਾਂ ਦਾ ਦੂਰ ਕਰ ਦਿੰਦਾ ਹੈ। ਵਾਹਿਗੁਰੂ ਸਰੂਪ ਰੂਪੀ ਸੁੱਖ ਆਪਣਾ ਉਹਨਾਂ ਨੂੰ ਬਖਸ਼ਿਸ਼ ਕਰਕੇ ਜੀਵਨ ਨੂੰ ਸਵਾਰ ਦਿੰਦਾ ਹੈ। ਸਹਸਾ ਮੂਲੇ ਨਾਹੇ, ਫਿਰ ਸਿੱਖ ਬੇਨਤੀ ਕਰਦੇ ਹਨ ਮਹਾਰਾਜ ਜੀ, ਉਹ ਜੀਵ ਭਵ ਸਾਗਰ ਤੋਂ ਤਰ ਜਾਂਦੇ ਆ। ਮਹਾਰਾਜ ਮਨ ਦੇ ਵਿੱਚ ਫਿਰ ਵੀ ਸ਼ੰਕਾ ਰਹਿ ਜਾਂਦਾ ਹੋਵੇਗਾ ਕਿ ਪਤਾ ਨਹੀਂ ਭਵ ਸਾਗਰ ਤੋਂ ਅਸੀਂ ਤਰਨਾ ਵੀ ਹੈ ਕਿ ਨਹੀਂ ਤਰਨਾ, ਮੁਕਤੀ ਰੂਪ ਕਿਨਾਰੇ ਤੇ ਪਹੁੰਚਣਾ ਵੀ ਹੈ ਕਿ ਨਹੀਂ ਪਹੁੰਚਣਾ। ਮਹਾਰਾਜ ਕਹਿੰਦੇ ਨਹੀਂ ਗੁਰਸਿੱਖੋ, ਐਸਾ ਨਹੀਂ ਹੈ। ਸਹਸਾ ਮੂਲੇ ਨਾਹੇ, ਕਦੇ ਵੀ ਮਨ ਦੇ ਵਿੱਚ ਉਹਨਾਂ ਦੇ ਸ਼ੰਕਾ ਨਹੀਂ ਰਹਿ ਜਾਣਾ ਕਰਦਾ। ਕਦੇ ਮਨ ਵਿੱਚ ਕਿਸੇ ਪ੍ਰਕਾਰ ਦਾ ਭਰਮ, ਕੋਈ ਸ਼ੰਕਾ ਨਹੀਂ ਕਦੇ ਵੀ ਰਹਿੰਦਾ ਕਿ ਸਾਡਾ ਭਵ ਸਾਗਰ ਤੋਂ ਤਰਨਾ ਹੋਵੇਗਾ ਕਿ ਨਹੀਂ ਹੋਵੇਗਾ। ਜੇ ਪ੍ਰਮਾਤਮਾ ਨੇ ਤਿਨਾਂ ਦੇ ਹਿਰਦੇ ਨੂੰ ਸ਼ੁਭ ਗੁਣਾਂ ਦੀ ਸਿਰ ਸਵਾਰ ਦਿੱਤਾ ਹੈ, ਹਿਰਦੇ ਅੰਦਰ ਅਡੋਲਤਾ ਦੀ ਦਾਤ ਪ੍ਰਮਾਤਮਾ ਨੇ ਬਖਸ਼ਿਸ਼ ਕਰ ਦਿੱਤੀ ਹੈ। ਮਹਾਰਾਜ ਕਹਿੰਦੇ ਕਦੇ ਵੀ ਉਹ ਜੀਵ ਮਨ ਕਰਕੇ ਡਾਵਾਂ ਡੋਲ ਨਹੀਂ ਹੋਣਾ ਕਰਦੇ। ਮਹਾਰਾਜ ਸੱਚੇ ਪਾਤਸ਼ਾਹੀ ਦੇ ਚਰਨਾਂ ਤੇ ਅਟਲ ਭਰੋਸਾ ਧਾਰਨ ਕਰਦੇ ਆ ਕਿ ਗਰੀਬ ਨਵਾਜ ਸਤਿਗੁਰੂ ਜੀ ਦੇ ਚਰਨਾਂ ਦੀ ਸ਼ਰਨ ਧਾਰਨ ਕੀਤੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਬਾਹ ਫੜ ਲੈਂਦੇ ਆ, ਕਦੇ ਮਹਾਰਾਜ ਉਹਨਾਂ ਨੂੰ ਸੰਸਾਰ ਸਮੁੰਦਰ ਵਿੱਚ ਡੁੱਬਣ ਨਹੀਂ ਦਿੰਦੇ। ਡੁੱਬਦੇ ਹੋਏ ਨੇ ਵੀ ਮਹਾਰਾਜ ਆਪਣੇ ਚਰਨਾਂ ਦਾ ਸਹਾਰਾ ਦੇ ਕਰਕੇ, ਆਸਰਾ ਦੇ ਕਰਕੇ ਮੁਕਤ ਰੂਪ ਕਿਨਾਰੇ ਤੇ ਪਹੁੰਚਾ ਦਿੰਦੇ ਆ।
ਐਸਾ ਮਹਾਰਾਜ ਕਹਿੰਦੇ ਉਹਨਾਂ ਗੁਰਮੁਖਾਂ ਦੇ ਮਨ ਦੇ ਵਿੱਚ ਨਿਸ਼ਚਾ ਬਣ ਜਾਂਦਾ ਹੈ, ਸਹਿਸਾ ਮੂਲੇ ਨਾਹੇ। ਸ਼ੰਕਿਆ ਰੂਪੀ ਜਿਹੜੀ ਮੈਲ ਆ ਨਾ ਉਹਨਾਂ ਦੇ ਹਿਰਦੇ ਵਿੱਚ ਕਦੇ ਵੀ ਮਹਾਰਾਜ ਕਹਿੰਦੇ ਪੈਦਾ ਨਹੀਂ ਹੁੰਦੀ, ਸਰ ਪਰ ਤਾਰਸੀ। ਕਿਉਂਕਿ ਪ੍ਰਮਾਤਮਾ ਤੇ ਭਰੋਸਾ ਬਣ ਜਾਂਦਾ ਕਿ ਪ੍ਰਮਾਤਮਾ ਸਰ ਪਰ ਜ਼ਰੂਰ ਬਰ ਜ਼ਰੂਰ ਸਾਨੂੰ ਤਾਰਨ ਵਾਲਾ ਹੈ, ਕਦੇ ਸੰਸਾਰ ਸਮੁੰਦਰ ਦੇ ਵਿੱਚ ਸਾਨੂੰ ਜੰਮਣ ਮਰਨ ਰੂਪੀ ਗੋਤੇ ਨਹੀਂ ਖਾਣ ਦੇਵੇਗਾ। ਪ੍ਰਮਾਤਮਾ ਦਾ ਇਹ ਬਿਰਧ ਹੈ, ਜੋ ਸ਼ਰਨ ਆਵੇ ਤੇ ਸਕੰਠ ਲਾਵੇ, ਇਹੋ ਬਿਰਧ ਸੁਆਮੀ ਸੰਦਾ। ਪ੍ਰਮਾਤਮਾ ਦਾ ਬਿਰਧ ਹੈ ਕਿ ਸ਼ਰਨ ਆਏ ਦੀ ਲੱਜਿਆ ਰੱਖਣੀ। ਕੋਈ ਵੀ ਮਾਈ ਭਾਈ ਸਿੱਖ ਸੇਵਕ ਭਾਵਨਾ ਦੇ ਨਾਲ ਸਤਿਗੁਰੂ ਜੀ ਦੀ ਸ਼ਰਨ ਵਿੱਚ ਚੱਲ ਕੇ ਆ ਜਾਂਦਾ ਹੈ, ਗਰੀਬ ਨਵਾਜ ਘੁੱਟ ਕੇ ਉਹਨੂੰ ਗਲ ਦੇ ਨਾਲ ਲਗਾ ਲੈਂਦੇ ਹਨ। ਇਹ ਮਹਾਰਾਜ ਸੱਚੇ ਪਾਤਸ਼ਾਹੀ ਦਾ ਬਿਰਧ ਹੈ। ਭਾਵੇਂ ਕੋਈ ਸੰਗਤ ਜੀ ਔਗਣ ਹਾਰਾ, ਕੋਈ ਗੁਨਹਗਾਰ, ਕੋਈ ਪਾਪੀ ਵੀ ਮਹਾਰਾਜ ਸਾਹਿਬ ਜੀ ਦੀ ਚਰਨਾਂ ਵਿੱਚ ਆ ਜਾਂਦਾ ਹੈ, ਸਤਿਗੁਰੂ ਜੀ ਉਹਦੇ ਪਾਪਾਂ ਨੂੰ, ਉਹਦੇ ਅਵਗੁਣਾਂ ਨੂੰ, ਉਹਦੇ ਗੁਨਾਹਾਂ ਨੂੰ ਨਾ ਚਿਤਾਰਦੇ ਹੋ, ਫਿਰ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਚਰਨਾਂ ਵਿੱਚ ਰੱਖ ਲੈਂਦੇ ਹਨ। ਤੇ ਜਿਨ੍ਹਾਂ ਨੂੰ ਸਤਿਗੁਰੂ ਜੀ ਆਪਣੇ ਚਰਨਾਂ ਵਿੱਚ ਰੱਖ ਲੈਂਦੇ ਆ, ਆਪਣੇ ਚਰਨਾਂ ਦੇ ਨਾਲ ਜਿਨ੍ਹਾਂ ਨੂੰ ਜੋੜ ਦਿੰਦੇ ਹਨ, ਸਾਧ ਸੰਗਤ ਜੀ ਉਹਨਾਂ ਨੂੰ ਫਿਰ ਜਮਾਂ ਦੇ ਵਸ ਵਿੱਚ ਨਹੀਂ ਪੈਣਾ ਪੈਂਦਾ, ਉਹਨਾਂ ਨੂੰ ਸੰਸਾਰ ਸਾਗਰ ਦੇ ਵਿੱਚ ਡੁੱਬਣਾ ਨਹੀਂ ਪੈਂਦਾ। ਉਹਨਾਂ ਦੇ ਹਿਰਦੇ ਅੰਦਰ ਸਤਿਗੁਰਾਂ ਦੇ ਉਪਦੇਸ਼ ਦੁਆਰਾ ਪੂਰਨ ਵਿਸ਼ਵਾਸ ਬਣ ਜਾਂਦਾ ਹੈ, ਸਰ ਪਰ ਤਾਰਸੀ। ਸਤਿਗੁਰਾਂ ਨੇ ਜ਼ਰੂਰ ਪਰ ਜ਼ਰੂਰ ਮੈਨੂੰ, ਗੁਨਹਗਾਰ ਨੂੰ, ਅਪਰਾਧੀ ਨੂੰ, ਪਾਪੀ ਨੂੰ, ਅਵਗੁਣਹਾਰੇ ਨੂੰ ਜ਼ਰੂਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੈਨੂੰ ਤਾਰ ਦੇਣਾ ਹੈ। ਮਹਾਰਾਜ ਸਾਹਿਬ ਜੀ ਦੇ ਭਰੋਸਾ ਬਣ ਜਾਂਦਾ ਹੈ ਕਿ ਜੋ ਸਤਿਗੁਰਾਂ ਨੇ ਨਾਮ ਦਾ ਬੇੜਾ ਤਿਆਰ ਕੀਤਾ ਹੈ ਨਾ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੈ ਪਾਰ, ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਕਿ ਸਤਿਗੁਰੂ ਜੀ ਨੇ ਨਾਮ ਰੂਪ ਬੇੜਾ ਜੋ ਤਿਆਰ ਕੀਤਾ, ਇਹਦੇ ਵਿੱਚ ਜਿਹੜੇ ਵੀ ਜੀਵ ਚੜ ਜਾਂਦਾ ਹੈ, ਉਹਨੂੰ ਕਦੇ ਡੁੱਬਣਾ ਨਹੀਂ ਪੈਂਦਾ ਸੰਸਾਰ ਸਾਗਰ ਦੇ ਵਿੱਚ। ਐਸਾ ਗੁਰਮੁਖਾਂ ਦਾ ਨਿਸ਼ਚਾ ਬਣ ਜਾਂਦਾ ਹੈ ਕਿ ਸਤਿਗੁਰ ਬਾਝਹੁ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਉ ਬੁਰਾ। ਮਹਾਰਾਜ ਸਾਹਿਬ ਜੀ ਦਾ ਦਰ ਨਹੀਂ ਕਦੇ ਵੀ ਗੁਰਮੁਖ ਪਿਆਰੇ ਛੱਡਣਾ ਕਰਦੇ, ਜਿਨ੍ਹਾਂ ਤੇ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਦਿੰਦੇ ਆ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਉਚਾਰਨ ਕਰ ਰਹੇ ਹੈ, ਹੇ ਗੁਰਸਿੱਖੋ ਸਹਿਸਾ ਮੂਲੇ ਨਾਹੇ, ਸਰ ਪਰ ਤਾਰਸੀ। ਕਦੇ ਵੀ ਮਨ ਦੇ ਵਿੱਚ ਸ਼ੰਕੇ ਨਹੀਂ ਧਾਰਨ ਕਰਨੇ ਕਿ ਸਾਡਾ ਭਵ ਸਾਗਰ ਤੋਂ ਤਰਨਾ ਹੋਵੇਗਾ ਕਿ ਨਹੀਂ ਹੋਵੇਗਾ। ਪਰਮਾਤਮਾ ਜ਼ਰੂਰ ਬਰ ਜ਼ਰੂਰ ਮਹਾਰਾਜ ਕਹਿੰਦੇ ਤਾਰ ਦੇਵੇਗਾ। ਤਿਨਾ ਮਿਲਿਆ ਗੁਰ ਆਏ, ਤਿਨਾਂ ਵਡਭਾਗੇ ਪੁਰਖਾਂ ਨੂੰ ਜੀਵਨ ਦੇ ਅੰਦਰ ਪੂਰੇ ਸਤਿਗੁਰੂ ਜੀ ਮਿਲੇ ਹਨ, ਜਿਨ ਕੋ ਲਿਖਿਆ, ਜਿਨ੍ਹਾਂ ਦੇ ਤੁਰੋਂ ਪਰਮਾਤਮਾ ਨੇ ਮਸਤਕ ਦੇ ਲੇਖ ਲੇਖ ਕਰਕੇ ਪਾਏ ਸਨ। ਪੂਰਨ ਸਤਿਗੁਰੂ ਜੀ ਦੀ ਪ੍ਰਾਪਤੀ ਵੀ ਜੀਵਨ ਵਿੱਚ ਤਾਂ ਹੁੰਦੀ ਹੈ ਸੰਗਤ ਜੀ ਜੇ ਚੰਗੇ ਭਾਗ ਹੋਣ, ਨਹੀਂ ਤਾਂ ਅਧੂਰੇ ਗੁਰੂ ਬਹੁਤ ਮਿਲ ਜਾਂਦੇ ਹਨ ਸੰਸਾਰ ਦੇ ਅੰਦਰ। ਪਰ ਪੂਰਾ ਸਤਿਗੁਰੂ ਤਾਂ ਮਿਲਦਾ ਹੈ ਜੇ ਜੀਵ ਦੇ ਚੰਗੇ ਭਾਗ ਹੋਣ, ਪਰਮਾਤਮਾ ਨੇ ਧੁਰੋਂ ਮਸਤਕ ਦੇ ਲੇਖ ਲੇਖ ਕਰਕੇ ਪਾਏ ਹੋਣ। ਤਿਨਾਂ ਨੂੰ ਮਹਾਰਾਜ ਕਹਿੰਦੇ ਸਤਿਗੁਰੂ ਜੀ ਪ੍ਰਾਪਤ ਹੋਏ ਹੈ। ਉਹ ਮਨ ਬਾਣੀ ਸਰੀਰ ਕਰਕੇ ਗੁਰੂ ਵਾਲੇ ਬਣ ਗਏ ਨੇ, ਜਿਨ੍ਹਾਂ ਦੇ ਤੁਰੋਂ ਹੀ ਪਰਮੇਸ਼ਰ ਨੇ ਮਸਤਕ ਦੇ ਲੇਖ ਲੇਖ ਕਰਕੇ ਪਾਏ ਸਨ। ਅੰਮ੍ਰਿਤ ਹਰਿ ਕਾ ਨਾਉ, ਆਤਮਿਕ ਰਸ ਦੇਣ ਵਾਲਾ, ਅਮਰ ਪਦਵੀ ਦੀ ਦਾਤ ਦਿਵਾਉਣ ਵਾਲਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਜੋ ਪਰਮ ਨਾਮ ਹੈ, ਤਿਨਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਨਾਮ ਅੰਮ੍ਰਿਤ ਦੀ ਦਾਤ ਪਾ ਲਈ ਹੈ। ਦੇਵੈ ਦੀਖਿਆ, ਜਿਨ੍ਹਾਂ ਨੂੰ ਮਹਾਰਾਜ ਸਾਹਿਬ ਜੀ ਨੇ ਦੀਕਸ਼ਾ ਦਾਨ, ਇਹ ਦਾਨ ਦੇਣਾ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਜਿਨ੍ਹਾਂ ਦੇ ਹਿਰਦੇ ਅੰਦਰ ਮਹਾਰਾਜ ਸਾਹਿਬ ਜੀ ਨਾਮ ਦੀ ਦਾਤ ਬਖਸ਼ਿਸ਼ ਕਰ ਦਿੰਦੇ ਆ। ਸੰਗਤ ਜੀ ਉਹਨਾਂ ਦਾ ਹਿਰਦਾ ਵੀ ਅਡੋਲ ਹੋ ਜਾਂਦਾ ਹੈ, ਕਦੇ ਵੀ ਉਹਨਾਂ ਦਾ ਹਿਰਦਾ ਡੋਲਦਾ ਨਹੀਂ, ਡਗਮਗਾਉਂਦਾ ਨਹੀਂ ਹੈ। ਜਿਨ੍ਹਾਂ ਦੇ ਹਿਰਦੇ ਅੰਦਰ ਗਰੀਬ ਨਵਾਜ ਸਤਿਗੁਰੂ ਜੀ ਨਾਮ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰ ਦਿੰਦੇ ਹਨ। ਪਰ ਇਹ ਦਾਤ ਉਹਨਾਂ ਨੂੰ ਮਿਲਦੀ ਹੈ ਜਿਨ੍ਹਾਂ ਦੇ ਤੁਰੋਂ ਪ੍ਰਮਾਤਮਾ ਮਸਤਕ ਦੇ ਲੇਖ ਲੇਖ ਕਰਕੇ ਪਾ ਦਿੰਦਾ ਹੈ। ਉਹ ਫਿਰ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਸਾਧ ਸੰਗਤ ਜੀ ਪੰਜਾਂ ਕਕਾਰਾਂ ਦੀ ਰਹਿਤ, ਫਿਰ ਨਿਤਨੇਮ ਦੀ ਰਹਿਤ, ਜੀਵਨ ਦੇ ਅੰਦਰ ਰਹਿਣੀ ਨੂੰ ਧਾਰਨ ਕਰਕੇ ਸਤਿਗੁਰਾਂ ਦੀ ਖੁਸ਼ੀਆਂ ਪ੍ਰਾਪਤ ਕਰ ਲੈਂਦੇ ਆ।
ਜਿਨ੍ਹਾਂ ਤੇ ਪ੍ਰਮਾਤਮਾ ਧੁਰੋਂ ਹੀ ਮਸਤਕ ਦੇ ਲੇਖ ਲਿਖ ਕਰਕੇ ਪਾ ਦਿੰਦਾ ਹੈ। ਗਰੀਬ ਨਵਾਜ ਸਤਿਗੁਰੂ ਜੀ ਨਾਮ ਅੰਮ੍ਰਿਤ ਦੀ ਦਾਤ ਦੇ ਕਰਕੇ ਤਿਨਾਂ ਨੂੰ ਨਿਹਾਲ ਕਰ ਦਿੰਦੇ ਹਨ। ਚੱਲ ਹੈ ਸਤਿਗੁਰ ਭਾਏ, ਉਹ ਗੁਰਮੁਖ ਪਿਆਰੇ ਫਿਰ ਸਤਿਗੁਰੂ ਜੀ ਦੇ ਭਾਏ ਭਾਣੇ ਵਿੱਚ ਚੱਲ ਕੇ ਜੀਵਨ ਨਿਰਵਾਹ ਕਰਦੇ ਹੈ। ਕਦੇ ਵੀ ਮਹਾਰਾਜ ਸਾਹਿਬ ਜੀ ਦੇ ਬਚਨਾਂ ਦੀ ਉਲੰਘਣਾ ਨਹੀਂ ਕਰਦੇ। ਜੋ ਵੀ ਮਹਾਰਾਜ ਸਾਹਿਬ ਜੀ ਬਚਨ ਕਰਦੇ ਉਹਨੂੰ ਸਤ ਕਰਕੇ ਜੀਵਨ ਵਿੱਚ ਧਾਰਦੇ ਹਨ ਕਿ ਇਸੇ ਬਚਨ ਦੇ ਵਿੱਚ ਹੀ ਮੇਰਾ ਭਲਾ ਹੈ, ਜੋ ਮੇਰੇ ਸਤਿਗੁਰੂ ਜੀ ਨੇ ਮੈਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਇਹਦੇ ਵਿੱਚ ਹੀ ਮੇਰਾ ਭਲਾ ਹੈ, ਇਹਦੇ ਵਿੱਚ ਹੀ ਮੈਨੂੰ ਸਫਲਤਾ ਮਿਲਣ ਵਾਲੀ ਹੈ। ਐਸਾ ਉਹਨਾਂ ਗੁਰਮੁਖਾਂ ਦੇ ਹਿਰਦੇ ਅੰਦਰ ਨਿਸ਼ਚਾ ਬਣ ਜਾਂਦਾ ਹੈ ਕਿ ਜੋ ਵੀ ਗਰੀਬ ਨਵਾਜ ਸਤਿਗੁਰੂ ਜੀ ਉਪਦੇਸ਼ ਦਿੰਦੇ ਆ, ਮਹਾਰਾਜ ਕਹਿੰਦੇ ਹਨ ਸਤਿਗੁਰਾਂ ਦੇ ਉਪਦੇਸ਼ ਨੂੰ ਸਤ ਕਰਕੇ ਗੁਰਮੁਖ ਜਨ ਧਾਰਨ ਕਰਕੇ ਰੱਖਦੇ ਆ ਔਰ ਸਤਿਗੁਰੂ ਜੀ ਦੀ ਆਗੇ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਦੇ ਹਨ। ਭਵਹਿ ਨਾ ਭੀਖਿਆ, ਜਿਸ ਕਰਕੇ ਉਹਨਾਂ ਨੂੰ ਦਾਤ ਇਹ ਪ੍ਰਾਪਤ ਹੁੰਦੀ ਹੈ, ਭਾਣੇ ਵਿੱਚ ਚੱਲਣ ਦੀ, ਆਗਿਆ ਵਿੱਚ ਰਹਿਣੇ ਦੀ, ਸਤ ਬਚਨ ਕਹਿ ਕੇ ਜੀਵਨ ਨਿਰਵਾਹ ਕਰਨੇ ਦਾ ਇਹ ਫਲ ਮਿਲਦਾ ਹੈ। ਭਵਹਿ ਨਾ ਭੀਖਿਆ, ਉਹਨਾਂ ਨੂੰ ਭਟਕਣਾ ਨਹੀਂ ਪੈਂਦਾ ਸੰਸਾਰ ਦੀਆਂ ਟੇਢੀਆਂ ਜੂਨਾਂ ਦੇ ਵਿੱਚ। ਭੀਖਿਆ ਨਾਮ ਭਿਕਸ਼ਾ ਮੰਗਣ ਦਾ ਵੀ ਹੈ। ਸਤਿਗੁਰੂ ਜੀ ਦਾ ਦਰ ਛੱਡ ਕੇ ਉਹਨਾਂ ਨੂੰ ਦਰ ਦਰ ਤੇ ਝੋਲੀ ਨਹੀਂ ਅੱਡਣੀ ਪੈਂਦੀ। ਕਦੇ ਕਿਸੇ ਦਰ ਤੇ ਕਦੇ ਕਿਸੇ ਦਰ ਤੇ ਜਾ ਕੇ ਨੱਕ ਨਹੀਂ ਰਗੜਨੇ ਪੈਂਦੇ। ਉਹਨਾਂ ਦੇ ਮਨ ਵਿੱਚ ਪੂਰਨ ਵਿਸ਼ਵਾਸ ਬਣ ਜਾਂਦਾ ਹੈ, ਮਹਾਰਾਜ ਊਹਾਂ ਤਉ ਜਾਈਐ ਜੋ ਇਹਾ ਨਾ ਹੋਏ। ਮਹਾਰਾਜ ਹੋਰ ਦੂਜਿਆਂ ਦੇ ਦਰ ਤੇ ਤਾਂ ਜਾ ਕੇ ਮੈਂ ਨੱਕ ਰਗੜਾਂ ਝੋਲੀ ਅੱਡ ਕੇ ਮੰਗਾ ਜੇ ਤੁਹਾਡੇ ਦਰ ਤੋਂ ਕੁਝ ਨਾ ਮਿਲਦਾ ਹੋਵੇ। ਮਹਾਰਾਜ ਸਾਰੀਆਂ ਦਾਤਾਂ ਆਪ ਜੀ ਦੇ ਦਰ ਤੇ ਹਨ। ਸੱਚੇ ਪਾਤਸ਼ਾਹ ਕਿਹੜੀ ਦਾਤ ਹੈ ਜਿਹੜੀ ਆਪ ਜੀ ਦੇ ਚਰਨਾਂ ਵਿੱਚੋਂ ਨਹੀਂ ਪ੍ਰਾਪਤ ਹੁੰਦੀ। ਮਹਾਰਾਜ ਵੱਖਰੀ ਗੱਲ ਹੈ, ਸਾਨੂੰ ਅਜੇ ਤੱਕ ਮੰਗਣ ਦੀ ਜਾਚ ਨਹੀਂ ਆਈ, ਆਪ ਜੀ ਕੋਲੋਂ ਦਾਤਾਂ ਲੈਣ ਦੀ ਜਾਚ ਨਹੀਂ ਆਈ ਆ। ਮਹਾਰਾਜ ਸੱਚੇ ਪਾਤਸ਼ਾਹ ਸਭ ਦਾਤਾਂ ਆਪ ਜੀ ਦੇ ਹੱਥਾਂ ਵਿੱਚ ਹੈ। ਐਸਾ ਉਹਨਾਂ ਗੁਰਮੁਖਾਂ ਦਾ ਨਿਸ਼ਚਾ ਬਣ ਜਾਂਦਾ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਹਜੂਰ ਕਹਿੰਦੇ ਚੱਲ ਰਹੇ ਸਤਿਗੁਰ ਭਾਏ, ਭਵਹਿ ਨਾ ਭੀਖਿਆ। ਪ੍ਰਤੱਖ ਵੀ ਜੀਵਨ ਕਾਲ ਦੌਰਾਨ ਉਹਨਾਂ ਨੂੰ ਦਰ ਦਰ ਤੇ ਨਹੀਂ ਭਟਕਣਾ ਪੈਂਦਾ। ਫਿਰ ਪੰਜ ਭੌਤਿਕ ਸਰੀਰ ਤਿਆਗਣ ਤੋਂ ਬਾਅਦ ਵਿੱਚ ਵੀ ਉਹਨਾਂ ਨੂੰ ਟੇਢੀਆਂ ਜੂਨਾਂ ਵਿੱਚ ਨਹੀਂ ਕਦੇ ਭਰਮਣਾ ਪੈਂਦਾ। ਨਹੀਂ ਤਾਂ ਜਿਹੜਾ ਜੀਵ ਸਾਧ ਸੰਗਤ ਜੀ ਡੋਲ ਜਾਂਦਾ, ਸਿਦਕ ਕਰਕੇ ਕੱਚਾ ਰਹਿ ਜਾਂਦਾ, ਮਹਾਰਾਜ ਸਾਹਿਬ ਜੀ ਤੇ ਚਰਨਾਂ ਤੇ ਪੂਰਨ ਵਿਸ਼ਵਾਸ ਨਹੀਂ ਧਾਰਨ ਕਰਦਾ, ਉਹਨੂੰ ਮਰਨ ਤੋਂ ਬਾਅਦ ਵਿੱਚ ਵੀ ਟੇਢੀਆਂ ਜੂਨਾਂ ਵਿੱਚ ਬਾਰ-ਬਾਰ ਭਟਕਣਾ ਪੈਂਦਾ ਹੈ। ਪ੍ਰਤੱਖ ਤਾਂ ਜੀਵਨ ਕਾਲ ਦੌਰਾਨ ਦਰ-ਦਰ ਤੇ ਠੋਕਰਾਂ ਖਾਂਦਾ ਹੈ, ਮਰਨ ਤੋਂ ਬਾਅਦ ਵਿੱਚ ਵੀ ਕਦੇ ਉਹਨੂੰ ਪਰਮ ਸੁਖ ਦੀ ਪ੍ਰਾਪਤੀ ਨਹੀਂ ਹੁੰਦੀ। ਮਹਾਰਾਜ ਕਹਿੰਦੇ ਵਾਹਿਗੁਰੂ ਦੀ ਪ੍ਰਾਪਤੀ ਤੋਂ ਵਾਂਝਾ ਰਹਿਣੇ ਕਰਕੇ ਕਦੇ ਕਿਸੇ ਦਿਸ਼ਾ ਵਿੱਚ ਕਦੇ ਕਿਸੇ ਦਿਸ਼ਾ ਦੇ ਵਿੱਚ ਪੂਰਬ ਪੱਛਮ ਉੱਤਰ ਦੱਖਣ ਫਿਰ ਬਾਰ-ਬਾਰ ਟੇਢੀਆਂ ਜੂਨਾਂ ਵਿੱਚ ਉਹ ਜਨਮ ਧਾਰਨ ਕਰਦਾ ਰਹਿੰਦਾ ਹੈ। ਐਸੀ ਉਸ ਜੀਵ ਦੀ ਹਾਲਤ ਬਣਦੀ ਹੈ। ਪਰ ਜਿਨ੍ਹਾਂ ਨੇ ਪੂਰਨ ਵਿਸ਼ਵਾਸ ਧਾਰਨ ਕੀਤਾ, ਜਿਨ੍ਹਾਂ ਨੇ ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਨੂੰ ਸਰਵਣ ਕਰਕੇ ਜੀਵਨ ਦੇ ਅੰਦਰ ਸੇਧ ਪ੍ਰਾਪਤ ਕੀਤੀ ਹੈ, ਸੋ ਜੋ ਸਤਿਗੁਰ ਕਾ ਸੋ ਸਿੱਖ ਅਖਾਏ, ਸੋ ਭਲ ਕੇ ਉਠ ਹਰ ਨਾਮ ਤੇ ਆਵੈ। ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲਹਿ ਜਾਵੈ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੈ। ਸਾਧ ਸੰਗਤ ਜੀ ਜਿਨ੍ਹਾਂ ਨੇ ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਨੂੰ ਸੁਣ ਕਰਕੇ ਜੀਵਨ ਦੇ ਵਿੱਚ ਸਤ ਕਰਕੇ ਮੰਨਿਆ ਹੈ, ਮਹਾਰਾਜ ਇਹਦੇ ਵਿੱਚ ਹੀ ਸਾਡਾ ਭਲਾ ਹੈ। ਮਹਾਰਾਜ ਕਹਿੰਦੇ ਭਵਹਿ ਨਾ ਭੀਖਿਆ, ਉਹਨਾਂ ਨੂੰ ਕਦੇ ਭਟਕਣਾ ਨਹੀਂ ਪਿਆ, ਦਰ ਦਰ ਤੇ ਕਦੇ ਠੋਕਰਾਂ ਨਹੀਂ ਖਾਣੀਆਂ ਪਈਆਂ। ਮਹਾਰਾਜ ਸਾਹਿਬ ਜੀ ਦੀ ਆਗਿਆ ਵਿੱਚ ਚੱਲਣੇ ਕਰਕੇ ਤਿਨਾਂ ਨੂੰ ਪ੍ਰਮਾਤਮਾ ਦੇ ਸਰੂਪ ਰੂਪੀ ਘਰ ਦੀ ਪ੍ਰਾਪਤੀ ਹੋ ਗਈ। ਐਸਾ ਪਰਮ ਸੁਖ ਤਿਨਾਂ ਨੇ ਪਾ ਲਿਆ ਹੈ। ਜਾ ਕਉ ਮਹਿਲ ਹਜੂਰ, ਜਿਨ੍ਹਾਂ ਨੂੰ ਪ੍ਰਮਾਤਮਾ ਦਾ ਸਰੂਪ ਰੂਪੀ ਮਹਿਲ ਹਜੂਰ ਭਾਵ ਪ੍ਰਤੱਖ ਸਾਹਮਣੇ ਹੈ ਕਿ ਪ੍ਰਮਾਤਮਾ ਮੇਰੇ ਤੋਂ ਦੂਰ ਨਹੀਂ ਹੈ। ਅਕਾਲ ਪੁਰਖ ਵਾਹਿਗੁਰੂ ਸਦਾ ਹੀ ਮੇਰੇ ਅੰਗ ਸੰਗ ਹੈ। ਜਿਨ੍ਹਾਂ ਦੇ ਹਿਰਦੇ ਅੰਦਰ ਨਿਸ਼ਚਾ ਬਣ ਜਾਂਦਾ ਹੈ, ਉਹ ਫਿਰ ਬੇਨਤੀਆਂ ਕਰਦੇ ਨੇ, ਗਰੀਬ ਨਵਾਜ ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੁਖਾਲੇ। ਕਿ ਸਤਿਗੁਰੂ ਜੀ ਸਦਾ ਹੀ ਮੇਰੇ ਅੰਗ ਸੰਗ ਹਨ।
ਮਹਾਰਾਜ ਸਾਹਿਬ ਜੀ ਕਦੇ ਵੀ ਮੇਰੇ ਤੋਂ ਦੂਰ ਜਾਣ ਵਾਲੇ ਨਹੀਂ ਹੈ। ਜਿੱਥੇ ਵੀ ਮਹਾਰਾਜ ਸਾਹਿਬ ਜੀ ਨੂੰ ਯਾਦ ਕਰਦੇ ਉੱਥੇ ਮਹਾਰਾਜ ਸੱਚੇ ਪਾਤਸ਼ਾਹ ਪ੍ਰਤੱਖ ਪ੍ਰਗਟ ਹੋ ਕਰਕੇ ਸਾਨੂੰ ਦੀਦਾਰ ਬਖਸ਼ਿਸ਼ ਕਰਦੇ ਹੈ। ਸਭ ਥਾਵਾਂ ਤੇ ਮਹਾਰਾਜ ਔਕੜ ਦੇ ਸਮੇਂ ਵੀ ਸਾਡੇ ਸਹਾਇਕ ਬਣਦੇ ਹੈ। ਲੋਕ ਪਰਲੋਕ ਦੇ ਰਖਵਾਲੇ ਗਰੀਬ ਨਵਾਜ ਸਤਿਗੁਰੂ ਜੀ ਹਨ। ਮਹਾਰਾਜ ਕਹਿੰਦੇ ਉਹਨਾਂ ਦੇ ਹਿਰਦੇ ਅੰਦਰ ਨਿਸ਼ਚਾ ਬਣ ਜਾਂਦਾ ਹੈ। ਸਤਿਗੁਰੂ ਜੀ ਉਪਦੇਸ਼ ਦੇ ਰਹੇ ਨੇ, ਜਾਗ ਕੋ ਮਹਿਲ ਹਜੂਰ, ਜਿਨ੍ਹਾਂ ਦੇ ਪ੍ਰਮਾਤਮਾ ਸਦਾ ਹੀ ਹਜੂਰ ਹੈ, ਸਦਾ ਹੀ ਪਾਸ ਰਹਿੰਦਾ ਹੈ, ਭਾਵ ਸਦਾ ਹੀ ਜਿਨ੍ਹਾਂ ਦੇ ਪ੍ਰਤੱਖ ਪ੍ਰਗਟ ਸਾਖਸ਼ਾਤ ਰੂਪ ਹੋ ਕਰਕੇ ਰਹਿੰਦਾ ਹੈ। ਦੂਜੇ ਨਿਵੈ ਕਿਸ ਐ ਗੁਰਸਿੱਖੋ, ਉਹ ਹੋਰ ਦੇਵੀ ਦੇਵਤਿਆਂ ਜਾਂ ਮੜੀਆਂ ਮੱਟਾਂ ਦੇ ਜਾ ਕਰਕੇ ਭਲਾ ਕਿਵੇਂ ਆਪਣਾ ਸਿਰ ਨਿਵਾ ਸਕਦੇ ਆ। ਦੂਜੇ ਨਿਵੈ ਕਿਸ ਪ੍ਰਕਾਰ, ਭਾਵ ਕਿਸੇ ਵੀ ਤਰ੍ਹਾਂ ਕਰਕੇ ਹੋਰ ਕਿਸੇ ਅੱਗੇ ਜਾ ਕੇ ਨਹੀਂ ਕਦੇ ਨੱਕ ਰਗੜਦੇ, ਥਾਵਾਂ ਥਾਵਾਂ ਤੇ ਜਾ ਕਰਕੇ ਨਹੀਂ ਗੋਡੇ ਟੇਕਦੇ, ਜਿਨ੍ਹਾਂ ਨੂੰ ਪ੍ਰਮਾਤਮਾ ਸਦਾ ਹੀ ਸਾਖਸ਼ਾਤ ਰੂਪ ਹੋ ਕਰਕੇ ਰਹਿੰਦਾ ਹੈ। ਪ੍ਰਮਾਤਮਾ ਨੂੰ ਸਭ ਤੋਂ ਵੱਡਾ ਦਾਤਾ, ਸਭ ਤੋਂ ਵੱਡਾ ਦਇਆਵਾਨ, ਸਭ ਤੋਂ ਵੱਡਾ ਮਿਹਰਬਾਨ, ਸਭ ਤੋਂ ਵੱਡਾ ਕਿਰਪਾ ਦੇ ਕਰਨ ਵਾਲਾ ਕਿਰਪਾਲੂ ਜਾਣ ਕਰਕੇ ਕੇਵਲ ਪ੍ਰਮਾਤਮਾ ਦੇ ਚਰਨਾਂ ਤੇ ਹੀ ਆਪਣਾ ਸੀਸ ਝੁਕਾਉਂਦੇ ਆ। ਉਸ ਪਰਮੇਸ਼ਰ ਤੋਂ ਬਿਨਾ ਹੋਰ ਕਿਸੇ ਅੱਗੇ ਆਪਣਾ ਸੀਸ ਨਹੀਂ ਕਦੇ ਝੁਕਾਉਣਾ ਕਰਦੇ। ਭਾਵੇਂ ਲੱਖਾਂ ਲੋਕ ਇੱਕ ਪਾਸੇ ਇਕੱਠੇ ਹੋ ਜਾਣ, ਬਾਹੂਬਲੀ ਇਕੱਠੇ ਹੋ ਜਾਣ, ਭਾਵੇਂ ਲੱਖਾਂ ਹੀ ਲਾਲਚ ਉਹਨਾਂ ਨੂੰ ਦੇਣ ਦਾ ਯਤਨ ਕੀਤਾ ਜਾਵੇ, ਪਰ ਜਿਨ੍ਹਾਂ ਨੂੰ ਪ੍ਰਮਾਤਮਾ ਸਦਾ ਹੀ ਸਾਖਸ਼ਾਤ ਰੂਪ ਹੋ ਕਰਕੇ ਰਹਿੰਦਾ, ਕਦੇ ਵੀ ਹੋਰ ਕਿਸੇ ਅੱਗੇ ਸੀਸ ਨਹੀਂ ਆਪਣਾ ਝੁਕਾਵਣਾ ਕਰਦੇ। ਹਜੂਰ ਦਾ ਮੁੱਖ ਵਾਕ ਆਉਂਦਾ ਨਾ, ਬੰਦਨਾ ਹਰ ਬੰਦਨਾ ਗੁਣ ਗਾਵਹੋ ਗੋਪਾਲ ਰਾਏ। ਜੇ ਨਮਸਕਾਰ ਕਰਦੇ ਤੇ ਪ੍ਰਮਾਤਮਾ ਦੇ ਚਰਨਾਂ ਤੇ ਨਮਸਕਾਰ ਕਰਦੇ ਹਨ। ਅਕਾਲ ਪੁਰਖ ਵਾਹਿਗੁਰੂ ਨੂੰ ਸਦਾ ਹੀ ਹਾਜ਼ਰ ਨਾਜ਼ਰ ਜਾਣਦੇ ਐ। ਤੇ ਜਿਨ੍ਹਾਂ ਨੂੰ ਐਸਾ ਨਿਸ਼ਚਾ ਬਣ ਜਾਂਦਾ, ਮਹਾਰਾਜ ਕਹਿੰਦੇ ਦੂਜੇ ਨਿਵੈ ਕੇਸੋ, ਭਲਾ ਕਿਸ ਪ੍ਰਕਾਰ ਹੋਰ ਕਿਸੇ ਅੱਗੇ ਜਾ ਕਰਕੇ ਨਿਉ ਸਕਦੇ ਐ। ਸਾਧ ਸੰਗਤ ਜੀ, ਆਤਮ ਵਿਸ਼ਵਾਸ ਨਾ ਹੋਣੇ ਕਰਕੇ ਹੀ ਸੰਗਤ ਜੀ ਆਪਾਂ ਦਰ ਦਰ ਤੇ ਜਾ ਕੇ ਨੱਕ ਰਗੜਦੇ ਰਹਿੰਦੇ ਹਾਂ। ਜਿੱਥੇ ਵੀ ਕਿਤੇ ਬਹੁਤੀ ਗਿਣਤੀ ਦਿਸ ਜਾਂਦੀ ਹੈ ਨਾ, ਭਾਵੇਂ ਉਹ ਸਿਰੇ ਦਾ ਪਖੰਡੀ ਕੋਈ ਹੋਵੇ, ਉਹਦੇ ਕੋਲ ਪੁੱਜ ਕਰਕੇ ਜਾ ਕੇ ਉਹਦੇ ਚਰਨਾਂ ਤੇ ਆਪਣਾ ਸੀਸ ਰੱਖੀ ਜਾਣਾ, ਜਾਂ ਕਿਤੇ ਮੜੀਆਂ ਮੱਟਾਂ ਤੇ ਜਾ ਕੇ ਬਾਰ-ਬਾਰ ਨੱਕ ਰਗੜਦੇ ਰਹਿਣਾ, ਦੇਵੀ ਦੇਵਤਿਆਂ ਦੇ ਪੂਜਨ ਵਿੱਚ ਲੱਗੇ ਰਹਿਣਾ। ਆਤਮ ਵਿਸ਼ਵਾਸ ਨਾ ਹੋਣੇ ਕਰਕੇ, ਸਿਦਕ ਤੋਂ ਕੱਚੇ ਹੋਣੇ ਕਰਕੇ ਆਪਾਂ ਦਰ-ਦਰ ਤੇ ਠੋਕਰਾਂ ਖਾਂਦੇ ਰਹਿੰਦੇ ਹਾਂ। ਪਰ ਜਿਨ੍ਹਾਂ ਦੇ ਹਿਰਦੇ ਅੰਦਰ ਪੂਰਨ ਵਿਸ਼ਵਾਸ ਬਣ ਗਿਆ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਆਖ ਰਹੇ, ਗੁਰਸਿੱਖੋ ਦੂਜੇ ਨਿਵੈ ਕਿਸ, ਉਹ ਸਤਿਗੁਰੂ ਜੀ ਦਾ ਦਰ ਛੱਡ ਕੇ ਪਹਿਲਾਂ ਹੋਰ ਕਿਸ ਦਰ ਤੇ ਜਾ ਕਰਕੇ ਨਿਉਣਗੇ, ਭਾਵ ਕਦਾਚਿਤ ਵੀ ਕਦੇ ਨਿਉਣ ਵਾਲੇ ਨਹੀਂ ਹੈ। ਸਤਿਗੁਰੂ ਜੀ ਨੂੰ ਸਰਬ ਕਲਾ ਸਮਰੱਥ ਜਾਣ ਕਰਕੇ, ਸਭ ਦਾਤਾ ਤੇ ਸ਼੍ਰੋਮਣੀ ਦਾਤੇ, ਸਭ ਤੋਂ ਵੱਡੇ ਦਾਨੀ ਜਾਣ ਕਰਕੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਤੇ ਆਪਣਾ ਸੀਸ ਝੁਕਾਉਂਦੇ ਐ। ਜਿਨ੍ਹਾਂ ਦੇ ਹਿਰਦੇ ਅੰਦਰ ਮਹਾਰਾਜ ਸਾਹਿਬ ਜੀ ਪੂਰਨ ਵਿਸ਼ਵਾਸ ਬਖਸ਼ਿਸ਼ ਕਰ ਦਿੰਦੇ ਹਨ। ਦਰ ਦਰਵਾਣੀ ਨਾਹੇ, ਫਿਰ ਮਹਾਰਾਜ ਜਿਵੇਂ ਧਰਮ ਰਾਜੇ ਦੀ ਪ੍ਰਮਾਤਮਾ ਨੇ ਡਿਊਟੀ ਲਗਾਈ ਹੈ, ਸਾਰੇ ਜੀਵਾਂ ਦਾ ਕਰਮਾਂ ਦਾ ਹਿਸਾਬ ਕਿਤਾਬ ਕਰਦਾ ਹੈ, ਉਹਨਾਂ ਗੁਰਮੁਖਾਂ ਦਾ ਵੀ ਮਹਾਰਾਜ ਹਿਸਾਬ ਕਿਤਾਬ ਹੁੰਦਾ ਹੋਵੇਗਾ ਕਰਮਾਂ ਦਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਗੁਰਸਿੱਖੋ ਨਹੀਂ ਦਰ ਦਰਵਾਣੀ ਨਾਹੇ। ਜਿਹੜੇ ਧਰਮ ਰਾਜੇ ਦੇ ਭੇਜੇ ਹੋ ਜਮ ਦੂਤ ਹੈ ਨਾ, ਉਹਨਾਂ ਨੂੰ ਦਰਵਾਣੀ ਕਿਹਾ ਗਿਆ। ਮਹਾਰਾਜ ਕਹਿੰਦੇ ਦਰਵਾਣੀ ਨਾ ਹੈ, ਨਾ ਉਹਨਾਂ ਨੂੰ ਧਰਮ ਰਾਜੇ ਦੇ ਦਰ ਤੇ ਉਹਦੀ ਕਚਹਿਰੀ ਵਿੱਚ ਪੇਸ਼ ਹੋਣਾ ਪੈਂਦਾ, ਨਾ ਕਦੇ ਜਮ ਉਹਨਾਂ ਨੂੰ ਲੈ ਕੇ ਜਾ ਸਕਦੇ ਐ। ਸੱਚੇ ਪਾਤਸ਼ਾਹ ਮਹਾਰਾਜ ਫਰਮਾਉਂਦੇ ਐ, ਮੂਲੇ ਪੁਛ ਤਿਸ, ਮੂਲੇ ਤੋਂ ਭਾਵ ਕਦਾ ਚਿਤ ਵੀ ਭੁੱਲ ਕੇ ਵੀ ਕਦੇ ਵੀ ਮਹਾਰਾਜ ਕਹਿੰਦੇ ਉਹਨਾਂ ਤੋਂ ਨਹੀਂ ਪੁੱਛਿਆ ਜਾਂਦਾ। ਕਰਮਾਂ ਦਾ ਹਿਸਾਬ ਕਿਤਾਬ ਨਹੀਂ ਤਿਨਾਂ ਤੋਂ ਲਿਆ ਜਾਂਦਾ। ਜਿਨ੍ਹਾਂ ਦੇ ਹਿਰਦੇ ਅੰਦਰ ਪੂਰਨ ਵਿਸ਼ਵਾਸ ਬਣ ਜਾਂਦਾ ਹੈ, ਹਿਰਦੇ ਦੀ ਅਡੋਲਤਾ ਬਣ ਜਾਂਦੀ ਹੈ, ਪਰਮਾਤਮਾ ਤੇ ਭਰੋਸਾ ਬਣ ਜਾਂਦਾ ਕਿ ਪਰਮਾਤਮਾ ਸਦਾ ਹੀ ਮੇਰੇ ਕੋਲ ਹਾਜ਼ਰ ਨਾਜ਼ਰ ਹੈ। ਮਹਾਰਾਜ ਕਹਿੰਦੇ ਮੂਲੇ ਪੁਛ ਤਿਸ, ਕਦਾ ਚਿਤ ਵੀ ਉਹਨਾਂ ਤੋਂ ਧਰਮ ਰਾਜਾ ਕਦੇ ਕਰਮਾਂ ਦਾ ਹਿਸਾਬ ਨਹੀਂ ਕਦੇ ਪੁੱਛਣਾ ਕਰਦਾ। ਨਹੀਂ ਤਾਂ ਜਿਹੜੇ ਜੀਵ ਪਰਮੇਸ਼ਰ ਦਾ ਨਾਮ ਨਹੀਂ ਜਪਦੇ, ਜੀਵਨ ਦੇ ਅੰਦਰ ਸੇਵਾ ਸਿਮਰਨ ਨਹੀਂ ਕਰਦੇ, ਮਹਾਰਾਜ ਸਾਹਿਬ ਦੇ ਬਚਨਾਂ ਤੇ ਭਰੋਸਾ ਨਹੀਂ ਧਾਰਨ ਕਰਦੇ,
ਤਿਨਾਂ ਪ੍ਰਥਾਏ ਵੀ ਹਜੂਰ ਦੇ ਜਿਵੇਂ ਬਚਨ ਆਉਂਦੇ ਆ ਨਾ, ਹੇ ਜੀਵਾ ਕਿ ਸਿਮਰਨ ਨਹੀਂ ਕੀਤਾ, ਜੀਵਨ ਦੇ ਅੰਦਰ ਨਾ ਤੂੰ ਕਦੇ ਸੇਵਾ ਕੀਤੀ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਤੈਨੂੰ ਜਮਾਂ ਦੀਆਂ ਚੋਟਾਂ ਖਾਣੀਆਂ ਪੈਣਗੀਆਂ। ਐ ਜੀਵਾ ਜਦੋਂ ਧਰਮ ਰਾਏ ਜਬ ਲੇਖਾ ਮੰਗੈ, ਕਿਆ ਮੁਖ ਲੈ ਕੇ ਜਾਹੇਗਾ। ਸਿਮਰਨ ਭਜਨ ਦਇਆ ਨਹੀਂ ਕੀਨੀ, ਤਉ ਮੁਖ ਚੋਟਾ ਖਾਹੇਗਾ। ਜੇ ਪ੍ਰਮਾਤਮਾ ਦਾ ਭਜਨ ਨਾ ਕੀਤਾ, ਬੰਦਗੀ ਨਾ ਕੀਤੀ, ਸੇਵਾ ਸਿਮਰਨ ਨਾ ਜੀਵਨ ਦੇ ਵਿੱਚ ਕੀਤਾ, ਫਿਰ ਤੈਨੂੰ ਜਮਾਂ ਦੀ ਮਾਰ ਪਵੇਗੀ। ਤੇ ਧਰਮ ਰਾਜੇ ਨੇ ਵੀ ਜਦੋਂ ਤੇਰੇ ਤੋਂ ਕਰਮਾਂ ਦਾ ਹਿਸਾਬ ਮੰਗਿਆ, ਫਿਰ ਕਿਹੜਾ ਮੁਖ ਲੈ ਕੇ ਜਾਵੇਂਗਾ। ਜਿਹੜਾ ਪਰਮੇਸ਼ਰ ਦੇ ਨਾਲ ਕੀਤਾ ਹੋਇਆ ਇਕਰਾਰ, ਮਾਤਾ ਦੇ ਗਰਭ ਦੇ ਵਿੱਚ ਪੁੱਠਿਆ ਲਟਕਿਆ ਕਿ ਪ੍ਰਮਾਤਮਾ ਮੈਨੂੰ ਸੰਸਾਰ ਦੇ ਵੀ ਜਨਮ ਦੇ, ਹਰ ਸਵਾਸ ਦੇ ਨਾਲ ਮੈਂ ਤੇਰਾ ਚਿੰਤਨ ਕਰਾਂਗਾ, ਹਰ ਸਵਾਸ ਦੇ ਨਾਲ ਪ੍ਰਮਾਤਮਾ ਤੇਰਾ ਸਿਮਰਨ ਕਰਾਂਗਾ, ਉਹ ਕੀਤੇ ਹੋ ਇਕਰਾਰ ਨੂੰ ਭੁਲਾ ਦਿੱਤਾ, ਫਿਰ ਕਿਹੜਾ ਮੁਖ ਲੈ ਕੇ ਰੱਬ ਦੇ ਦਰ ਤੇ ਜਾਣਾ ਕਰੇਗਾ। ਮਹਾਰਾਜ ਕਹਿੰਦੇ ਜਿਹੜੇ ਐਸੇ ਮਨਮੁਖ ਜੀਵ ਹੈ, ਪਰ ਜਿਨ੍ਹਾਂ ਗੁਰਮੁਖਾਂ ਦੇ ਹਿਰਦੇ ਅੰਦਰ ਵਾਹਿਗੁਰੂ ਨੇ ਨਿਸ਼ਚਾ ਬਖਸ਼ਿਸ਼ ਕਰ ਦਿੱਤਾ ਹੈ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਮੂਲੇ ਪੁੱਛ ਤਿਸ ਭੁੱਲ ਕੇ ਵੀ ਕਦਾਚਿਤ ਵੀ ਉਹਨਾਂ ਤੋਂ ਕਰਮਾਂ ਦਾ ਹਿਸਾਬ ਨਹੀਂ ਪੁੱਛਿਆ ਜਾਵੇਗਾ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਧਰਮ ਰਾਜਾ ਉਹਨਾਂ ਦੇ ਹਿਸਾਬ ਵਾਲਾ ਵਹੀ ਚੋਂ ਵਰਕਾ ਹੀ ਪਾੜ ਦਿੰਦਾ ਹੈ ਕਿ ਹੇ ਦੂਤੋ ਭੁੱਲ ਕੇ ਵੀ ਉਹਨਾਂ ਬੰਦਗੀ ਕਰਨ ਵਾਲਿਆਂ ਦੀ ਕੋੜ ਨਾ ਕਿਤੇ ਚਲੇ ਜਾਣਾ, ਆਪਣੇ ਜਾਮਾਂ ਨੂੰ ਆਪਣੇ ਦੂਤਾਂ ਨੂੰ ਵੀ ਮਨਾਹੀ ਕਰ ਦਿੰਦਾ ਹੈ। ਮਹਾਰਾਜ ਕਹਿੰਦੇ ਕਦੇ ਉਹਨਾਂ ਤੋਂ ਕਰਮਾਂ ਦਾ ਹਿਸਾਬ ਨਹੀਂ ਲਿਆ ਜਾਂਦਾ। ਛੁੱਟੈ ਤਾ ਕਹਿ ਬੋਲ, ਉਹਨਾਂ ਦੇ ਬਚਨਾਂ ਕਰਕੇ ਸੰਸਾਰ ਦੇ ਜੀਵ ਵੀ ਜਾਮਾਂ ਤੋਂ ਛੁੱਟ ਜਾਂਦੇ ਹਨ। ਸ਼ਰੀਰਾਂ ਦੇ ਮੋਹ ਤੇ ਪਦਾਰਥਾਂ ਦੀ ਮਮਤਾ ਰੂਪੀ ਬੰਧਨਾਂ ਤੋਂ ਵੀ ਮਹਾਰਾਜ ਕਹਿੰਦੇ ਸੰਸਾਰ ਦੇ ਜੀਵ ਵੀ ਆਜ਼ਾਦ ਹੋ ਜਾਂਦੇ ਹਨ। ਸਾਹਿਬ ਨਾਦਰ ਜਿਸ ਗੁਰਮੁਖ ਪਿਆਰੇ ਬ੍ਰਹਮ ਬੇਤੇ ਤੇ ਮਾਲਕ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੀ ਨਜ਼ਰ ਹੋ ਜਾਂਦੀ ਹੈ, ਉਹਨਾਂ ਦੇ ਬਚਨਾਂ ਦੇ ਵਿੱਚ ਇਹਨਾਂ ਬਲ ਪ੍ਰਮਾਤਮਾ ਪਾ ਦਿੰਦਾ ਹੈ ਕਿ ਇੱਕ ਬਚਨ ਵੀ ਆਪਣੀ ਰਸਨਾ ਤੋਂ ਕਰ ਦੇਣ, ਜੇ ਉਹ ਬਚਨ ਨੂੰ ਜੀਵਨ ਦੇ ਵਿੱਚ ਵਡਭਾਗਾ ਪੁਰਖ ਕਮਾ ਲੈਣਾ ਕਰੇ, ਸਾਧ ਸੰਗਤ ਜੀ ਜਮਾਂ ਦੀ ਮਾਰ ਤੋਂ ਛੁੱਟ ਜਾਂਦਾ ਹੈ, 84 ਦੇ ਗੇੜੇ ਤੋਂ ਆਜ਼ਾਦ ਹੋ ਜਾਂਦਾ ਹੈ। ਜੇ ਕਿਤੇ ਬੰਦਗੀ ਕਰਨ ਵਾਲੇ ਗੁਰਮੁਖਾ ਬ੍ਰਹਮ ਬੇਤਿਆਂ ਦੇ ਬਚਨ ਨੂੰ ਜੀਵਨ ਦੇ ਵਿੱਚ ਕਮਾ ਲੈਣਾ ਕਰੇ, ਜਿਵੇਂ ਸਤਿਗੁਰੂ ਜੀ ਦਾ ਮੁਖ ਵਾਕ ਹੈ ਨਾ ਗੁਰਬਾਣੀ ਅੰਦਰ, ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ। ਕਿਰਪਾ ਗੁਰੂ ਦੀ ਵਰਤਦੀ ਹੈ। ਬੰਦਗੀ ਕਰਨ ਵਾਲਿਆਂ ਦੇ ਬਚਨਾਂ ਰਾਹੀਂ ਜੇ ਉਹਨਾਂ ਬਚਨਾਂ ਨੂੰ ਸਤ ਕਰਕੇ ਕਮਾ ਲੈਂਦਾ ਹੈ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰਕੇ ਤਿਨਾਂ ਨੂੰ ਭਵ ਸਾਗਰ ਤੋਂ ਤਾਰ ਦਿੰਦੇ ਹਨ। ਪਰ ਬਚਨ ਕਮਾਉਣਾ ਬੜਾ ਡਾਢਾ ਹੈ, ਬੜਾ ਔਖਾ ਹੈ। ਸੰਗਤ ਜੀ ਜੋ ਤਾਂ ਸਾਡੇ ਮਨ ਦੇ ਬਚਨ ਅਨੁਕੂਲ ਹੁੰਦਾ ਉਹਨੂੰ ਅਸੀਂ ਸਤ ਕਰਕੇ ਮੰਨਦੇ ਹਾਂ। ਜਦੋਂ ਕਿਤੇ ਸੁਖਾਂ ਦਾ ਕੋਈ ਬਚਨ ਹੁੰਦਾ, ਕੋਈ ਛਕਣ ਛਕਾਉਣ ਦਾ ਬਚਨ ਹੁੰਦਾ, ਪਰ ਜਦੋਂ ਕੋਈ ਕਠਿਨ ਬਚਨ ਹੁੰਦਾ ਹੈ ਨਾ, ਸਾਡੇ ਮਨ ਨੂੰ ਚੰਗਾ ਨਹੀਂ ਲੱਗਦਾ, ਮੰਨਣ ਤੋਂ ਆਪਾਂ ਅਵੇਸਲੇ ਹੋ ਜਾਂਦੇ ਹਾਂ। ਜਦੋਂ ਜੀਵਨ ਦੇ ਅੰਦਰ ਕੋਈ ਔਕੜ ਦਾ ਸਮਾਂ ਆਉਂਦਾ ਹੈ, ਕੋਈ ਘਾਲਣਾ ਘਾਲਣੇ ਦਾ, ਮਿਹਨਤ ਕਰਨੇ ਦਾ ਕੋਈ ਸਮਾਂ ਹੁੰਦਾ ਹੈ, ਉਹ ਬਚਨ ਮੰਨਣ ਤੋਂ ਅਸੀਂ ਇਨਕਾਰ ਕਰ ਦਿੰਦੇ, ਉਹਦੇ ਤੋਂ ਆਪਾਂ ਭੱਜਦੇ ਹਾਂ। ਬਚਨ ਮੰਨਣਾ ਬੜਾ ਔਖਾ ਹੈ, ਪਰ ਜਿਨ੍ਹਾਂ ਨੇ ਮਹਾਰਾਜ ਕਹਿੰਦੇ ਮੰਨ ਲਿਆ, ਉਹ ਭਵ ਸਾਗਰ ਤੋਂ ਪਾਰ ਹੋ ਗਏ ਹੈ। ਕਿਉਂਕਿ ਪ੍ਰਮਾਤਮਾ ਨੇ ਐਸੀ ਕਿਰਪਾ ਦੀ ਨਜ਼ਰ ਤੇ ਨਾ ਬੰਦਗੀ ਕਰਨ ਵਾਲਿਆਂ ਤੇ ਕੀਤੀ ਹੈ। ਆਪ ਤਰੇ ਤਾਰੇਨ ਸਰਿੱਠਾ, ਆਪ ਤਰ ਜਾਂਦੇ ਤੇ ਸ੍ਰਿਸ਼ਟੀ ਨੂੰ ਵੀ ਤਾਰਨ ਦੀ ਸਮਰੱਥਾ ਪ੍ਰਮਾਤਮਾ ਤੋਂ ਪਾ ਲੈਂਦੇ ਹਨ। ਭੱਲੇ ਆਣੇ ਆਪ, ਅਕਾਲ ਪੁਰਖ ਪ੍ਰਮਾਤਮਾ ਆਪ ਹੀ ਸੰਸਾਰ ਦੇ ਅੰਦਰ ਜੀਵਾਂ ਨੂੰ ਘੱਲਦਾ ਹੈ, ਭੇਜਦਾ ਹੈ, ਸੰਸਾਰ ਦੇ ਵੀ ਜਨਮ ਦਿੰਦਾ ਹੈ। ਮਹਾਰਾਜ ਕਹਿੰਦੇ ਕੱਲੇ ਆਣੇ ਆਪ, ਆਣੇ ਤੋਂ ਭਾਵ ਬੁਲਾਵਾ ਵੀ ਪਰਮੇਸ਼ਰ ਆਪ ਹੀ ਦੇ ਦਿੰਦਾ ਹੈ। ਭੇਜਣ ਵਾਲਾ ਵੀ ਆਪ ਹੈ ਤੇ ਬੁਲਾਉਣ ਵਾਲਾ ਵੀ ਪ੍ਰਮਾਤਮਾ ਆਪ ਹੈ। ਕੱਲੇ ਆਵੇ ਨਾਨਕਾ, ਸੱਦੇ ਉੱਠੀ ਜਾਹੇ। ਜਦੋਂ ਪ੍ਰਮਾਤਮਾ ਭੇਜਦਾ ਤਾਂ ਜੀਵ ਸੰਸਾਰ ਦੇ ਵਿੱਚ ਜਨਮ ਲੈਂਦਾ ਹੈ, ਤੇ ਜਦੋਂ ਪ੍ਰਮਾਤਮਾ ਦਾ ਸੱਦਾ ਆ ਜਾਂਦਾ ਹੈ, ਸਾਧ ਸੰਗਤ ਜੀ ਫਿਰ ਉਹਨੂੰ ਚਾਹ ਕਰਕੇ ਵੀ ਕੋਈ ਰੋਕ ਕੇ ਨਹੀਂ ਰੱਖ ਸਕਦਾ। ਕਿਉਂਕਿ ਸਰੀਰ ਕਰਕੇ ਹਰ ਇੱਕ ਜੀਵ ਦਾ ਸੰਸਾਰ ਤੋਂ ਜਾਣਾ ਬਣਦਾ ਹੈ। ਸਤਿਗੁਰੂ ਜੀ ਦਾ ਭਗਤ ਰਸਨਾ ਦੁਆਰਾ ਫਰਮਾਨ ਆਉਂਦਾ ਹੈ, ਐਸੋ ਇਹੋ ਸੰਸਾਰ ਭੇਖਣਾ,
ਰਹਿਨ ਨਾ ਕੋਉ ਪਈ ਹੈ ਰੇ। हे ਜੀਵ, ਸਰੀਰ ਕਰਕੇ ਕਿਸੇ ਵੀ ਜੀਵ ਦਾ ਸੰਸਾਰ ਦੇ ਵਿੱਚ ਨਹੀਂ ਰਹਿਣਾ ਬਣਦਾ। ਜਿਵੇਂ ਜਿਵੇਂ ਪ੍ਰਮਾਤਮਾ ਜੀਵਾਂ ਨੂੰ ਸੱਦਾ ਭੇਜਦਾ, ਤਿਵੇਂ ਤਿਵੇਂ ਸੰਸਾਰ ਦੇ ਜੀਵ ਇਹ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਤੁਰੇ ਜਾਂਦੇ ਐ। ਇਹ ਚੱਲੋ ਚੱਲੀ ਦਾ ਮੇਲਾ ਪਰਮੇਸ਼ਰ ਨੇ ਬਣਾਇਆ ਹੈ। ਆਪੋ ਆਪਣੀ ਵਾਰੀ ਅਨੁਸਾਰ ਸੰਸਾਰ ਤੋਂ ਤੁਰੇ ਜਾ ਰਹੇ ਐ। ਵਾਰੀ ਆਪੋ ਆਪਣੀ, ਕੋਈ ਨਾ ਬੰਧੈ ਧੀਰ। ਜੇ ਆਪਣੇ ਬਲ ਦੇ ਨਾਲ ਸੰਸਾਰ ਦੇ ਵਿੱਚ ਨਹੀਂ ਆ ਸਕਦਾ ਤੇ ਸਾਧ ਸੰਗਤ ਜੀ ਆਪਣੇ ਜ਼ੋਰ ਦੇ ਨਾਲ, ਆਪਣੇ ਬਲ ਦੇ ਨਾਲ ਸੰਸਾਰ ਦੇ ਵਿੱਚ ਰਹਿ ਵੀ ਨਹੀਂ ਸਕਦਾ। ਪਰਮਾਤਮਾ ਦੇ ਨਾਲ ਕੋਈ ਜ਼ੋਰ ਨਹੀਂ ਹੈ। ਜ਼ੋਰ ਨਾ ਜੀਵਨ, ਮਰਨ ਨਹਿ ਜ਼ੋਰ। ਨਾ ਜਿਉਂਦਿਆਂ ਰਹਿਣ ਦੇ ਵਿੱਚ ਬਲ ਹੈ, ਨਾ ਮਰਨ ਦੇ ਵਿੱਚ ਕੋਈ ਆਪਣਾ ਜ਼ੋਰ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਹਜੂਰ ਆਖ ਰਹੇ ਨੇ, ਘੱਲੇ ਆਣੇ ਆਪ। ਮਹਾਰਾਜ ਕਹਿੰਦੇ ਪ੍ਰਮਾਤਮਾ ਭੇਜਣ ਵਾਲਾ ਵੀ ਆਪ ਹੈ ਅਤੇ ਅਕਾਲ ਪੁਰਖ ਵਾਹਿਗੁਰੂ ਜੀਵਾਂ ਨੂੰ ਬੁਲਾਉਣ ਵਾਲਾ ਵੀ ਆਪ ਹੈ। ਜਿਸ ਨਾਹੀ ਦੂਜਾ ਮਤੈ ਕੋਏ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਿੱਖ ਬੇਨਤੀ ਕਰਦੇ ਹਨ, ਸਤਿਗੁਰੂ ਜੀ, ਜਿਵੇਂ ਰਾਜੇ ਮਹਾਰਾਜੇ ਚੱਕਰਵਰਤੀ ਬਾਦਸ਼ਾਹਾਂ ਦੇ ਕੋਲ ਉਹਨਾਂ ਦੇ ਸਲਾਹਕਾਰ ਵਜ਼ੀਰ ਹੋਇਆ ਕਰਦੇ ਐ, ਪਰਮਾਤਮਾ ਵੀ ਕਿਸੇ ਨਾ ਕਿਸੇ ਨਾਲ ਮਤਾ ਪਕਾਉਂਦਾ ਹੋਵੇਗਾ। ਕਦੋਂ ਸੰਸਾਰ ਦੇ ਵਿੱਚ ਜੀਵ ਨੂੰ ਜਨਮ ਦੇਣਾ ਹੈ, ਕਦੋਂ ਇਸ ਨੂੰ ਫਿਰ ਸੱਦ ਕਰਕੇ ਆਪਣੇ ਪਾਸ ਬੁਲਾਉਣਾ ਹੈ। ਮਹਾਰਾਜ ਸੱਚੇ ਪਾਤਸ਼ਾਹ ਪਰਮਾਤਮਾ ਵੀ ਕੋਲ ਵੀ ਕੋਈ ਨਾ ਕੋਈ ਵਜ਼ੀਰ ਹੋਵੇਗਾ। ਪਰਮਾਤਮਾ ਵੀ ਕਿਸੇ ਨਾ ਕਿਸੇ ਦੀ ਸਲਾਹ ਲੈਂਦਾ ਹੋਵੇਗਾ, ਕਿਸੇ ਨਾਲ ਮਿਲ ਕੇ ਮਤਾ ਪਕਾਉਂਦਾ ਹੋਵੇਗਾ। ਪਰ ਸਤਿਗੁਰੂ ਜੀ ਕਹਿਣ ਲੱਗੇ, ਗੁਰਸਿੱਖੋ ਨਹੀਂ, ਘੱਲੇ ਆਣੇ ਆਪ। ਜਿਸ ਨਾਹੀ ਦੂਜਾ ਮਤੈ ਕੋਏ। ਮਤੈ ਪਾਠ ਪੋਲਾ ਜਿਹਾ ਉਚਾਰਨ ਕਰਨਾ, ਮਤੈ ਨਹੀਂ ਬੋਲਣਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿਸੇ ਨਾਲ ਮਸ਼ਵਰਾ ਨਹੀਂ ਕਰਦਾ, ਕਿਉਂਕਿ ਉਹ ਪਰਮਾਤਮਾ ਜੈਸਾ ਕੋਈ ਨਹੀਂ ਹੈ। ਆਪ ਹੀ ਪਰਮਾਤਮਾ ਆਪਣੇ ਨਾਲ ਮਤਾ ਪਕਾਉਣ ਵਾਲਾ, ਆਪ ਹੀ ਆਪਣੇ ਨਾਲ ਸਲਾਹ ਕਰਨ ਵਾਲਾ ਹੈ। ਆਪ ਹੀ ਵਜ਼ੀਰ ਰੂਪ ਹੈ ਤੇ ਆਪ ਹੀ ਪਰਮਾਤਮਾ ਬਾਦਸ਼ਾਹ ਰੂਪ ਹੈ। ਮਹਾਰਾਜ ਕਹਿੰਦੇ ਉਹ ਕਿਸੇ ਦੀ ਸਲਾਹ ਨਹੀਂ ਲੈਂਦਾ। ਪੁੱਛ ਨਾ ਸਾਜੇ, ਪੁੱਛ ਨਾ ਢਾਹੇ, ਪੁੱਛ ਨਾ ਲੇਵੈ ਦੇ। ਉਹ ਪ੍ਰਮਾਤਮਾ ਕਿਸੇ ਤੋਂ ਪੁੱਛ ਕੇ ਨਹੀਂ ਸ੍ਰਿਸ਼ਟੀ ਨੂੰ ਸਿਰਜਣਾ ਕਰਦਾ, ਕਿਸੇ ਤੋਂ ਸਲਾਹ ਲੈ ਕੇ ਨਹੀਂ ਜੀਵਾਂ ਨੂੰ ਢਾਉਣਾ ਕਰਦਾ, ਸਮੇਟਣਾ ਕਰਦਾ। ਮਹਾਰਾਜ ਕਹਿੰਦੇ ਨਾ ਕਿਸੇ ਤੋਂ ਸਲਾਹ ਲੈ ਕੇ ਜੀਵਾਂ ਨੂੰ ਦਾਤਾਂ ਦਿੰਦਾ, ਨਾ ਕਿਸੇ ਤੋਂ ਸਲਾਹ ਪੁੱਛ ਕਰਕੇ ਜੀਵਾਂ ਤੋਂ ਦਾਤਾਂ ਖੋਹਦਾ। ਉਹ ਪਰਮਾਤਮਾ ਆਪ ਹੀ ਆਪਣੀ ਕੁਦਰਤ ਨੂੰ, ਆਪਣੀ ਸ਼ਕਤੀ ਨੂੰ ਸੰਸਾਰ ਦੇ ਵਿੱਚ ਵਰਤਾਉਂਦਾ ਹੈ। ਇਸ ਕਰਕੇ ਗੁਰਸਿੱਖੋ, ਪਰਮਾਤਮਾ ਨੂੰ ਸਲਾਹ ਦੇਣ ਵਾਲਾ ਵੀ ਕੋਈ ਨਹੀਂ ਹੈ। ਅਥਵਾ ਹਜੂਰ ਨੇ ਉਚਾਰਨ ਕੀਤਾ, ਘੱਲੇ ਆਣੇ ਆਪ। ਪਰਮਾਤਮਾ ਆਪ ਕਿਰਪਾ ਕਰੇ, ਸਤ ਸੰਗਤ ਦੇ ਵਿੱਚ ਜੀਵਾਂ ਨੂੰ ਘੱਲਣਾ ਭੇਜਣਾ ਕਰਦਾ, ਪ੍ਰੇਰ ਕਰਕੇ ਤੇ ਸਤ ਸੰਗਤ ਦੇ ਦਾਰ ਦੇ ਕਰਕੇ ਪਰਮਾਤਮਾ ਆਣੇ ਆਪਣੇ ਸਰੂਪ ਦੇ ਵਿੱਚ ਜੀਵਾਂ ਨੂੰ ਬੁਲਾ ਲੈਣਾ ਕਰਦਾ ਹੈ। ਸਾਧ ਸੰਗਤ ਜੀ, ਘੱਲੇ ਆਣੇ ਆਪ। ਜਿਨ੍ਹਾਂ ਦੇ ਹਿਰਦੇ ਅੰਦਰ ਪਰਮਾਤਮਾ ਸ਼ੁਭ ਗੁਣਾਂ ਦੀ ਦਾਤ ਦਿੰਦਾ ਨਾ, ਸਤ ਸੰਗਤ ਦੀ ਦਾਤ ਬਖਸ਼ਿਸ਼ ਕਰਕੇ ਆਣੇ ਆਪ ਹੀ ਫਿਰ ਪਰਮਾਤਮਾ ਉਹਨਾਂ ਨੂੰ ਆਪਣੇ ਸਰੂਪ ਦੇ ਵਿੱਚ ਬੁਲਾ ਲੈਂਦਾ ਹੈ। ਇਹਦੇ ਵਿੱਚ ਵੀ ਪਰਮਾਤਮਾ ਕਿਸੇ ਦੀ ਸਲਾਹ ਨਹੀਂ ਲੈਣਾ ਕਰਦਾ। ਤਾਹੇ ਉਸਾਰੇ ਸਾਜ। ਹੇ ਗੁਰਸਿੱਖੋ, ਪਰਮਾਤਮਾ ਜਦੋਂ ਚਾਹੇ ਸੰਸਾਰ ਦੇ ਜੀਵਾਂ ਨੂੰ ਢਾਹ ਦਿੰਦਾ ਹੈ, ਮਹਾਪਰਲੋ ਕਰਕੇ ਸਾਰੀ ਸ੍ਰਿਸ਼ਟੀ ਨੂੰ ਸਮੇਟ ਦਿੰਦਾ ਹੈ, ਤੇ ਜਦੋਂ ਚਾਹੇ ਫਿਰ ਅੱਖ ਝਮਕਣ ਤੋਂ ਥੋੜੇ ਜਿੰਨੇ ਸਮੇਂ ਵਿੱਚ ਸੰਸਾਰ ਦੇ ਜੀਵਾਂ ਨੂੰ ਪੈਦਾ ਕਰ ਦਿੰਦਾ ਹੈ। ਉਸਾਰੇ ਤੋਂ ਭਾਵ ਜੀਵਾਂ ਦਾ ਪਸਾਰਾ ਕਰਨਾ, ਜੀਵਾਂ ਦੀ ਉਤਪਤੀ ਕਰਨੀ, ਇਹ ਸਭ ਕੁਝ ਪਰਮਾਤਮਾ ਦੇ ਹੱਥਾਂ ਵਿੱਚ ਹੈ। ਢਾਹੇ ਉਸਾਰੇ, ਢਾਹਣ ਵਾਲਾ, ਸਭ ਜੀਵਾਂ ਨੂੰ ਮਾਰਨ ਵਾਲਾ ਵੀ ਆਪ ਹੈ, ਫਿਰ ਉਸਾਰਨ ਵਾਲਾ ਵੀ ਆਪ ਹੈ, ਤੇ ਜਦੋਂ ਚਾਹੇ ਜੀਵਾਂ ਨੂੰ ਸਾਜਣ ਵਾਲਾ। ਮਹਾਰਾਜ ਕਹਿੰਦੇ ਉਹ ਪਰਮਾਤਮਾ ਸਭ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੱਥਾਂ ਵਿੱਚ ਹੈ, ਤੇ ਸਭ ਦੇ ਦਿਲਾਂ ਦੀ ਜਾਣਨ ਵਾਲਾ ਵੀ ਪਰਮਾਤਮਾ ਆਪ ਹੈ। ਸਭ ਸੋਏ। ਹੇ ਗੁਰਸਿੱਖੋ, ਪਰਮਾਤਮਾ ਆਪ ਹੀ ਸਭ ਦੇ ਅੰਦਰ ਦੀ ਜਾਣਦਾ ਹੈ, ਭਲਿਆਂ ਦੀ ਬੁਰਿਆਂ ਦੀ ਪੀੜਾਂ ਨੂੰ ਪਹਿਚਾਨਣ ਵਾਲਾ ਹੈ। ਸਾਰੀ ਕਨਸੋ ਉਸ ਪਰਮਾਤਮਾ ਨੂੰ ਪਤਾ ਹੁੰਦਾ ਹੈ। ਜੀ ਭਾਵੇਂ ਇੱਕ ਮਨੁੱਖ ਦੂਜੇ ਤੋਂ ਸਾਧ ਸੰਗਤ ਜੀ ਛੁਪਾ ਕੇ ਰੱਖ ਸਕਦਾ, ਦੂਜਾ ਤੀਜੇ ਤੋਂ ਛੁਪਾ ਕੇ ਰੱਖ ਸਕਦਾ, ਪਰ ਪ੍ਰਮਾਤਮਾ ਤੋਂ ਨਹੀਂ ਕਦੇ ਵੀ ਕੋਈ ਛੁਪਾ ਕੇ ਰੱਖ ਸਕਦਾ। ਜੇ ਛੁਪਾਵੇਗਾ ਤਾਂ ਆਪਣੇ ਮਨ ਦੇ ਅੰਦਰ ਹੀ ਛੁਪਾਵੇਗਾ ਨਾ। ਉਸ ਮਨ ਦੇ ਅੰਦਰ ਤਾਂ ਪ੍ਰਮਾਤਮਾ ਆਪ ਬੈਠਾ ਹੋਇਆ ਹੈ।
ਤੇ ਫਿਰ ਪ੍ਰਮਾਤਮਾ ਤੋਂ ਭਲਾ ਕਿਵੇਂ ਛੁਪਾ ਲਵੇਗਾ। ਕੋਈ ਸੰਕਲਪ ਕਰਦਾ ਹੈ, ਕੋਈ ਫੁਰਨਾ ਕਰਦਾ ਹੈ, ਪ੍ਰਮਾਤਮਾ ਹਰ ਇੱਕ ਜੀਵ ਦੇ ਅੰਦਰ ਦੀ ਬੁੱਝਦਾ ਹੈ। ਸੱਚੇ ਪਾਤਸ਼ਾਹ ਜੀ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ, ਜਾਣੈ ਸਭ ਸੋਏ। ਐ ਗੁਰਸਿੱਖੋ, ਉਹ ਪ੍ਰਮਾਤਮਾ ਸਭ ਦੇ ਅੰਦਰ ਦੀ ਜਾਣਨ ਵਾਲਾ ਹੈ। ਨਾਉ ਨਾਨਕ ਬਖਸ਼ੀਸ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ, ਪ੍ਰਮਾਤਮਾ ਜਿਨ੍ਹਾਂ ਤੇ ਬਖਸ਼ਿਸ਼ ਕਰਦਾ ਹੈ, ਜਿਨ੍ਹਾਂ ਨੂੰ ਬਖਸ਼ਿਸ਼ ਰੂਪੀ ਸਿਰੋਂ ਪਾਉ ਪਾਵਦਾ ਹੈ, ਉਹਨਾਂ ਨੂੰ ਜੀਵਨ ਦੇ ਅੰਦਰ ਨਾਮ ਦੀ ਦਾਤ ਮਿਲਦੀ ਹੈ। ਪੂਰੇ ਸਤਿਗੁਰੂ ਜੀ ਤੋਂ ਵਡਭਾਗੇ ਪੁਰਖ ਨਾਮ ਦੀ ਦਾਤ ਪਾਵਦੇ ਹਨ। ਨਦਰੀ ਕਰਮ ਹੋਏ। ਮਹਾਰਾਜ ਕਹਿੰਦੇ, ਜੇ ਪ੍ਰਮਾਤਮਾ ਦੀ ਕਿਰਪਾ ਦੀ ਨਜ਼ਰ ਹੋਵੇ ਨਾ, ਤਾਂ ਇਹ ਦਾਤ ਜੀਵਨ ਵਿੱਚ ਮਿਲਦੀ ਹੈ, ਪ੍ਰਮਾਤਮਾ ਦੇ ਅਮੋਲਕ ਨਾਮ ਦੀ ਦਾਤ। ਨਹੀਂ ਤਾਂ ਸਾਧ ਸੰਗਤ ਜੀ, ਸੰਸਾਰ ਰੂਪੀ ਬਾਜ਼ਾਰ ਦੇ ਵਿੱਚੋਂ ਹੋਰ ਹੀ ਸੰਸਾਰ ਦੇ ਜੀਵ ਤਰ੍ਹਾਂ ਤਰ੍ਹਾਂ ਦੇ ਸਾਧਨਾ ਰੂਪੀ ਸੌਦੇ ਖਰੀਦ ਕਰਕੇ ਤੁਰੇ ਜਾ ਰਹੇ ਹੈ। ਕੋਈ ਕਿਸੇ ਤਰ੍ਹਾਂ ਦਾ ਵਪਾਰ, ਕੋਈ ਕਿਸੇ ਤਰ੍ਹਾਂ ਦੇ ਵਪਾਰ ਦੇ ਵਿੱਚ ਲੱਗਾ ਹੋਇਆ ਹੈ, ਪਰ ਬੰਦਗੀ ਕਰਨ ਵਾਲੇ ਗੁਰਮੁਖ ਪਿਆਰਿਆਂ ਨੇ ਪਰਮੇਸ਼ਰ ਦੇ ਨਾਮ ਦਾ ਵਪਾਰ ਕੀਤਾ ਹੈ, ਜਿਨ੍ਹਾਂ ਤੇ ਪ੍ਰਮਾਤਮਾ ਨੇ ਬਖਸ਼ਿਸ਼ ਕਰਕੇ ਨਾਮ ਰੂਪੀ ਪਦਾਰਥ ਦਿੱਤਾ ਹੈ। ਕਿਨਹੀ ਬਨ ਜਿਆ ਕਾਸੇ ਤਾਂਬਾ, ਕਿਨਹੀ ਲੌਗ ਸੁਪਾਰੀ, ਸੰਤੋਹ ਬਨ ਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਮਹਾਰਾਜ ਕਹਿੰਦੇ, ਰੱਬ ਦੇ ਪਿਆਰਿਆਂ ਨੇ ਨਾਮ ਦੇ ਪਦਾਰਥ, ਨਾਮ ਰੂਪੀ ਪਦਾਰਥ ਦਾ ਵਪਾਰ ਕੀਤਾ ਹੈ, ਜਿਨ੍ਹਾਂ ਤੇ ਵਾਹਿਗੁਰੂ ਨੇ ਆਪ ਕਿਰਪਾ ਕਰਕੇ ਬਖਸ਼ਿਸ਼ ਕੀਤੀ ਹੈ। ਤੋ ਹਜੂਰ ਨੇ ਉਚਾਰਨ ਕੀਤਾ ਹੈ, ਨਾਉ ਨਾਨਕ ਬਖਸ਼ੀਸ ਨਦਰੀ ਕਰਮ ਹੋਏ। ਕਰਮ ਨਾਮ ਬਖਸ਼ਿਸ਼ ਦਾ ਹੈ। ਜਿਨ੍ਹਾਂ ਨੂੰ ਜੀਵਨ ਦੇ ਅੰਦਰ ਦੀ ਨਾਮ ਦੀ ਦਾਤ ਮਿਲ ਜਾਂਦੀ ਹੈ ਨਾ, ਪਰਮਾਤਮਾ ਦੀ ਸਰੂਪ ਰੂਪੀ ਦਾਤ ਉਹਨਾਂ ਨੂੰ ਮਿਲਦੀ, ਜਿਨ੍ਹਾਂ ਤੇ ਪਰਮਾਤਮਾ ਬਖਸ਼ਿਸ਼ ਕਰਦਾ ਹੈ। ਨਾਮ ਤਾਂ ਅਸੀਂ ਭਾਵੇਂ ਸਾਰੇ ਜਪਦੇ ਹਾਂ, ਪਰ ਕਿ ਅਸੀਂ ਸਾਰੇ ਜੀਵ ਉਸ ਪਰਮਾਤਮਾ ਤੇ ਭਰੋਸਾ ਪੂਰਨ ਵਿਸ਼ਵਾਸ ਰੱਖਦੇ ਹਾਂ ਕਿ ਅਸੀਂ ਸਾਰਿਆਂ ਨੇ ਹੀ ਸ਼ੁਭ ਗੁਣਾਂ ਨੂੰ ਧਾਰਨ ਕੀਤਾ ਹੈ, ਸਾਰੇ ਅਵਗੁਣਾਂ ਨੂੰ ਛੱਡ ਦਿੱਤਾ ਹੈ? ਨਹੀਂ। ਮਹਾਰਾਜ ਕਹਿੰਦੇ, ਪਰਮਾਤਮਾ ਜਿਨ੍ਹਾਂ ਤੇ ਬਖਸ਼ਿਸ਼ ਕਰਦਾ ਹੈ। ਨਹੀਂ ਤਾਂ ਨਾਮ ਦੀ ਦਾਤ ਲੈ ਕਰਕੇ ਵੀ ਅਸੀਂ ਸਾਧ ਸੰਗਤ ਜੀ ਅਵਗੁਣਾਂ ਨੂੰ ਨਹੀਂ ਛੱਡਦੇ, ਗੁਰੂ ਵਾਲੇ ਬਣ ਕੇ ਵੀ ਅਸੀਂ ਅਵਗੁਣਾਂ ਦਾ ਤਿਆਗ ਨਹੀਂ ਕਰਦੇ। ਜਿਨ੍ਹਾਂ ਤੇ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ, ਤਿਨਾਂ ਨੇ ਸਤਿਗੁਰੂ ਜੀ ਤੋਂ ਨਾਮ ਦੀ ਦਾਤ ਲੈ ਕੇ ਅਵਗੁਣਾਂ ਦਾ ਵੀ ਤਿਆਗ ਕੀਤਾ ਹੈ, ਸ਼ੁਭ ਗੁਣਾਂ ਦੇ ਨਾਲ ਆਪਣੇ ਹਿਰਦੇ ਨੂੰ ਸਵਾਰਿਆ, ਜਿਸ ਕਰਕੇ ਮਹਾਰਾਜ ਕਹਿੰਦੇ, ਤਿਨਾਂ ਨੂੰ ਵਾਹਿਗੁਰੂ ਦੇ ਸਰੂਪ ਦੀ ਪ੍ਰਾਪਤੀ ਹੋਈ ਹੈ। ਸੋਹੀ ਮਹੱਲਾ ਪਹਿਲਾ, ਭਾਂਡਾ ਹੱਛਾ ਸੋਏ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਇਸ ਪਾਵਨ ਸ਼ਬਦ ਦੇ ਅੰਦਰ ਹਿਰਦੇ ਰੂਪ ਭਾਂਡੇ ਦੀ ਨਿਰਮਲਤਾ ਮਹਾਰਾਜ ਸੱਚੇ ਪਾਤਸ਼ਾਹ ਦੀ ਦਰਸਾਉਂਦੇ ਹਨ। ਹਜੂਰ ਫਰਮਾਨ ਕਰ ਰਹੇ ਹੈ, ਭਾਂਡਾ ਹੱਛਾ ਸੋਏ। ਹੱਛਾ ਤੋਂ ਭਾਵ ਉਜਲ, ਪਵਿੱਤਰ, ਨਿਰਮਲ। ਮਹਾਰਾਜ ਕਹਿੰਦੇ, ਉਹ ਹਿਰਦਾ ਰੂਪੀ ਭਾਂਡਾ ਪਵਿੱਤਰ ਮੰਨੀਦਾ ਹੈ, ਜੋ ਤਿਸ ਭਾਵ ਸੀ। ਜਿਹੜਾ ਪ੍ਰਮਾਤਮਾ ਨੂੰ ਭਾ ਜਾਂਦਾ ਹੈ, ਤੇ ਪ੍ਰਮਾਤਮਾ ਨੂੰ ਉਹੋ ਹੀ ਭਾਵੇਗਾ ਨਾ ਜਿਹੜਾ ਹਿਰਦਾ ਰੂਪ ਭਾਂਡਾ ਸਾਧ ਸੰਗਤ ਜੀ ਸ਼ੁੱਧ ਹੋਵੇਗਾ। ਉਸ ਹਿਰਦੇ ਰੂਪ ਭਾਂਡੇ ਵਿੱਚ ਹੀ ਪ੍ਰਮਾਤਮਾ ਨਿਵਾਸ ਕਰੇਗਾ ਨਾ। ਜਿਸ ਹਿਰਦੇ ਰੂਪ ਭਾਂਡੇ ਦੀ ਨਿਰਮਲਤਾ ਹੋਵੇਗੀ, ਉਜਲਤਾ ਹੋਵੇਗੀ, ਸਵੱਛ ਹੋਵੇਗਾ, ਪਵਿੱਤਰ ਹੋਵੇਗਾ। ਜੇ ਹਉਮੈ ਦੀ ਬਦਬੂ ਆ ਰਹੀ ਹੋਵੇ, ਫਿਰ ਉਹ ਹਿਰਦਾ ਰੂਪੀ ਭਾਂਡਾ ਨਹੀਂ ਪ੍ਰਮਾਤਮਾ ਨੂੰ ਕਦੇ ਭਾਉਣ ਵਾਲਾ। ਜੇ ਵਿਕਾਰਾਂ ਰੂਪੀ ਗੰਦਗੀ ਇਸ ਹਿਰਦੇ ਰੂਪ ਭਾਂਡੇ ਵਿੱਚ ਪਈ ਹੋਵੇ, ਸਾਧ ਸੰਗਤ ਜੀ, ਫਿਰ ਕਦੇ ਨਹੀਂ ਉਹ ਪ੍ਰਮਾਤਮਾ ਨੂੰ ਭਾਉਣ ਵਾਲਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਨ, ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ। ਜਿਸ ਜੀਵ ਦੀ ਭਾਵਨਾ ਪ੍ਰਮਾਤਮਾ ਨੂੰ ਭਾ ਜਾਂਦੀ ਹੈ ਨਾ, ਪ੍ਰਮਾਤਮਾ ਆਪ ਕਿਰਪਾ ਕਰਕੇ ਉਹਨਾਂ ਦੇ ਹਿਰਦੇ ਰੂਪ ਭਾਂਡੇ ਨੂੰ ਉਜਲ ਕਰ ਦਿੰਦਾ ਹੈ। ਜੋ ਪਿਆਰ ਵਿੱਚ ਭਿੱਜ ਕੇ ਪ੍ਰਮਾਤਮਾ ਨੂੰ ਯਾਦ ਕਰਦੇ ਹੈ, ਗੁਰਮੁਖ ਪਿਆਰੇ ਭਾਵਨਾ ਦੇ ਨਾਲ ਕਿ ਪ੍ਰਮਾਤਮਾ ਕਦੇ ਨਾ ਕਦੇ ਤਾਂ ਸਾਡੇ ਤੇ ਕਿਰਪਾ ਕਰੇਗਾ ਹੀ ਨਾ। ਹੇ ਪਰਮੇਸ਼ਰ, ਕਦੇ ਤਾਂ ਸਾਡੇ ਤੇ ਤਰੁੱਟ ਕਰਕੇ ਬਖਸ਼ਿਸ਼ ਕਰੇਗਾ। ਹੇ ਪ੍ਰਮਾਤਮਾ, ਜਿਵੇਂ ਆਪਣੇ ਪਿਆਰਿਆਂ ਤੇ ਗੁਰਮੁਖਾਂ ਭਗਤਾਂ ਮਹਾਂਪੁਰਖਾਂ ਤੇ ਆਪ ਜੀ ਨੇ ਕਿਰਪਾ ਕੀਤੀ ਹੈ, ਤਿਨਾਂ ਦੇ ਹਿਰਦੇ ਰੂਪ ਭਾਂਡੇ ਨੂੰ ਮਹਾਰਾਜ ਆਪ ਜੀ ਨੇ ਸ਼ੁੱਧ ਕਰ ਦਿੱਤਾ ਹੈ, ਨਿਰਮਲ ਕਰ ਦਿੱਤਾ ਹੈ। ਸੱਚੇ ਪਾਤਸ਼ਾਹ, ਸਾਡੇ ਤੇ ਵੀ ਕਦੇ ਆਪ ਜੀ ਕਿਰਪਾ ਕਰੋਗੇ। ਇਉਂ ਪੂਰਨ ਵਿਸ਼ਵਾਸ ਧਾਰਨ ਕਰਕੇ ਉਹ ਗੁਰਮੁਖ ਪਿਆਰੇ ਰੱਬ ਨੂੰ ਯਾਦ ਕਰਦੇ ਰਹਿੰਦੇ, ਪਿਆਰ ਵਿੱਚ ਭਿੱਜ ਕੇ, ਕਿ ਕਦੇ ਤਾਂ ਸਾਡੀ ਵੀ ਵਾਰੀ ਆਵੇਗੀ ਨਾ।
ਕਦੇ ਵੀ ਆਪਣੇ ਹਿਰਦੇ ਨੂੰ ਸਾਧ ਸੰਗਤ ਜੀ ਡੋਲਣ ਨਹੀਂ ਦਿੰਦੇ। ਅਡੋਲ ਪੂਰਨ ਵਿਸ਼ਵਾਸ, ਅਡੋਲ ਨਿਸ਼ਚਾ ਧਾਰਨ ਕਰਕੇ ਰੱਬ ਨੂੰ ਯਾਦ ਕਰਦੇ ਰਹਿੰਦੇ ਆ ਕਿ ਮੇਰੇ ਵਿੱਚ ਕੋਈ ਨਾ ਕੋਈ ਘਾਟ ਹੋਵੇਗੀ, ਜਿਸ ਕਰਕੇ ਅੱਜ ਮੈਨੂੰ ਪ੍ਰਾਪਤੀ ਨਹੀਂ ਹੁੰਦੀ ਪਈ, ਮੇਰੇ ਵਿੱਚ ਹੀ ਘਾਟਾ ਹਨ। ਉਹ ਆਪਣੇ ਅੰਦਰ ਸਾਧ ਸੰਗਤ ਜੀ ਬਾਰ-ਬਾਰ ਅੰਦਰ ਆਤਮੇ ਝਾਤ ਮਾਰਦੇ ਆ ਕਿ ਕਿਸ ਔਗਣ ਕਰਕੇ, ਕਿਸ ਘਾਟ ਕਰਕੇ, ਕਿਸ ਕਮੀ ਦੇ ਕਰਕੇ ਪ੍ਰਮਾਤਮਾ ਸਾਨੂੰ ਮਿਲਦਾ ਨਹੀਂ ਪਿਆ। ਸਾਡੇ ਅੰਦਰ ਹੀ ਕੋਈ ਨਾ ਕੋਈ ਘਾਟ ਹੋਵੇਗੀ, ਪਰ ਪੂਰਨ ਵਿਸ਼ਵਾਸ ਧਾਰਨ ਕਰਕੇ ਰੱਖਦੇ ਨੇ, ਪ੍ਰਮਾਤਮਾ ਤੇ ਅਟਲ ਭਰੋਸਾ ਰੱਖਦੇ ਨੇ ਕਿ ਪ੍ਰਮਾਤਮਾ ਕਦੇ ਤਾਂ ਸਾਡੇ ਤੇ ਬਖਸ਼ਿਸ਼ ਕਰੇਗਾ ਹੀ। ਅਕਸਰ ਸ਼ੁੱਧਤਾ ਵਾਲਿਆਂ ਦੀ ਕਤਾਰ ਦੇ ਵਿੱਚ ਤਾਂ ਆਪਾਂ ਖਲੋਤੇ ਹੀ ਆ ਨਾ, ਉਹ ਵੀ ਤਾਂ ਸੰਸਾਰ ਦੇ ਲੋਕ ਹਨ ਜਿਨ੍ਹਾਂ ਨੇ ਇਹ ਰਸਤਾ ਹੀ ਨਹੀਂ ਅਜੇ ਧਾਰਨ ਕੀਤਾ, ਇਸ ਪਾਲ ਦੇ ਵਿੱਚ ਖਲੋਤੇ ਹੀ ਨਹੀਂ ਹੈ। ਜਿਹੜਾ ਮਨੁੱਖ ਪਾਲ ਦੇ ਵਿੱਚ ਖਲੋਤਾ ਹੋਵੇ ਉਹਦੀ ਸਾਧ ਸੰਗਤ ਜੀ ਵਾਰੀ ਆ ਹੀ ਜਾਂਦੀ ਹੈ, ਨਾ ਖਲੋਣ ਵਾਲਿਆਂ ਦੀ ਵਾਰੀ ਨਹੀਂ ਕਦੇ ਵੀ ਆਵ ਨਾ ਕਰਦੀ। ਇਸੇ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਦੇ ਵਾਹਿਗੁਰੂ ਭਰੋਸਾ ਬਖਸ਼ਿਸ਼ ਕਰਦੇ ਨੇ, ਜੋ ਤੇ ਸੁਭਾਵ ਸੀ, ਜਿਹਨਾਂ ਦਾ ਹਿਰਦਾ ਰੂਪ ਭਾਂਡਾ ਪਰਮਾਤਮਾ ਨੂੰ ਭਾ ਜਾਂਦਾ, ਉਹਨਾਂ ਦਾ ਹਿਰਦਾ ਮਹਾਰਾਜ ਕਹਿੰਦੇ ਸ਼ੁੱਧ ਹੋ ਜਾਂਦਾ ਹੈ। ਪ੍ਰਮਾਤਮਾ ਆਪ ਕਿਰਪਾ ਕਰਕੇ ਨਾਮ ਦੀ ਦਾਤ ਬਖਸ਼ਿਸ਼ ਕਰਕੇ ਉਹਨਾਂ ਦੇ ਹਿਰਦੇ ਨੂੰ ਪਵਿੱਤਰ ਕਰ ਦਿੰਦਾ ਹੈ। ਭਾਂਡਾ ਆਤਮ ਲੀਨ, ਪਰ ਜੇ ਕਿਤੇ ਭਾਂਡਾ ਬਹੁਤ ਜ਼ਿਆਦਾ ਮਲੀਨ ਹੋਵੇ, ਬਹੁਤ ਜ਼ਿਆਦਾ ਸਾਧ ਸੰਗਤ ਜੀ ਅਪਵਿੱਤਰ ਹੋਣਾ ਕਰੇ, ਧੋਤਾ ਹੱਛਾ ਨਾ ਹੋਏ ਸੀ, ਉਹਨੂੰ ਬਾਰ-ਬਾਰ ਧੋਈ ਜਾਈਏ ਪਰ ਉਹ ਕਦੇ ਪਵਿੱਤਰ ਨਹੀਂ ਹੁੰਦਾ। ਹੱਛਾ ਤੋਂ ਭਾਵ ਕਦੇ ਉਹਨੂੰ ਪਵਿੱਤਰ ਨਹੀਂ ਮੰਨਿਆ ਜਾ ਸਕਦਾ। ਜਿਸ ਭਾਂਡੇ ਨੂੰ ਸੰਗਤ ਜੀ ਥੰਧਿਆਈ ਲੱਗ ਜਾਵੇ ਨਾ, ਉਹਨੂੰ ਇਕੱਲਾ ਧੋਣ ਦੇ ਨਾਲ ਨਹੀਂ ਕਦੇ ਵੀ ਸਾਧ ਸੰਗਤ ਜੀ ਪਵਿੱਤਰ ਕੀਤਾ ਜਾ ਸਕਦਾ। ਥੰਧਿਆਈ ਕਰਕੇ ਝੂਠ ਨਾਲ ਲੱਗੀ ਰਹਿੰਦੀ, ਇਸ ਕਰਕੇ ਉਹਨੂੰ ਅਪਵਿੱਤਰ, ਉਹਨੂੰ ਝੂਠਾ ਹੀ ਮੰਨਿਆ ਜਾਂਦਾ ਹੈ। ਜਿੰਨੀ ਦੇਰ ਤੱਕ ਉਹ ਥੰਧਿਆਈ ਲੱਥਦੀ ਨਹੀਂ ਹੈ। ਤੋ ਇਸੇ ਪ੍ਰਕਾਰ ਮਹਾਰਾਜ ਕਹਿੰਦੇ ਜਿਹੜੇ ਹਿਰਦੇ ਰੂਪ ਭਾਂਡੇ ਤੇ ਜਨਮਾਂ ਜਨਮਾਂਤਰਾਂ ਦੀ ਪਾਪ ਕਰਮਾਂ ਦੀ ਥੰਧਿਆਈ ਜੰਮੀ ਹੋਈ ਹੈ, ਇੱਕ ਜਨਮ ਦੀ ਨਹੀਂ, ਪਤਾ ਨਹੀਂ ਕਿੰਨੇ ਕੁ ਕਰੋੜਾਂ ਜਨਮਾਂ ਦੀ ਥੰਧਿਆਈ ਜੰਮੀ ਹੈ। ਹੇ ਜੀਵ, ਇਸ ਹਿਰਦੇ ਰੂਪ ਭਾਂਡੇ ਨੂੰ ਭਾਵੇਂ ਜਿੰਨੇ ਮਰਜ਼ੀ ਸੰਸਾਰ ਦੇ ਤੀਰਥਾਂ ਤੇ ਬਾਰ-ਬਾਰ ਇਸ਼ਨਾਨ ਕਰਨ ਰੂਪੀ ਧੋਈ ਚੱਲ, ਬਾਰ-ਬਾਰ ਤਪ ਸਾਧਨਾ ਰੂਪੀ ਬਰਤਨ ਦੇ ਨਾਲ ਬਾਰ-ਬਾਰ ਤੂੰ ਮਾਂਜੀ ਚੱਲ, ਪਰ ਮਹਾਰਾਜ ਕਹਿੰਦੇ ਕਦੇ ਪਵਿੱਤਰ ਨਹੀਂ ਹੋਣ ਵਾਲਾ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਭਾਂਡਾ ਆਤਮ ਲੀਨ, ਧੋਤਾ ਹੱਛਾ ਨਾ ਹੋਏ ਸੀ। ਇਹ ਕੱਲਾ ਮਹਾਰਾਜ ਕਹਿੰਦੇ ਤੀਰਥਾਂ ਤੇ ਇਸ਼ਨਾਨ ਕਰਨੇ ਮਾਤਰ ਨਹੀਂ ਕਦੇ ਪਵਿੱਤਰ ਹੋਣ ਵਾਲਾ, ਪਰਮੇਸ਼ਰ ਦਾ ਨਾਮ ਰੂਪੀ ਸਾਬਣ ਲੈਣਾ ਪਵੇਗਾ। ਜਿਵੇਂ ਸੰਗਤ ਜੀ ਸਾਬਣ ਦੇ ਲਾ ਕੇ ਤਾਂ ਹੀ ਥੰਧਿਆਈ ਨੂੰ ਲਾਇਆ ਜਾਂਦਾ ਹੈ, ਫਿਰ ਮਹਾਰਾਜ ਕਹਿੰਦੇ ਪ੍ਰੇਮ ਰੂਪੀ ਜਲ ਪਾਉਣਾ ਪਵੇਗਾ, ਤਾਂ ਹਿਰਦੇ ਰੂਪ ਭਾਂਡੇ ਤੋਂ ਪਾਪ ਕਰਮਾਂ ਰੂਪੀ ਥੰਧਿਆਈ ਨੂੰ ਲਾ ਕੇ ਇਹਨੂੰ ਪਵਿੱਤਰ ਕੀਤਾ ਜਾ ਸਕਦਾ ਹੈ। ਨਹੀਂ ਤੇ ਧੋਤਾ ਹੱਛਾ ਨਾ ਹੋਏ ਸੀ। ਬਾਰ-ਬਾਰ ਭਾਵੇਂ ਧੋਵੀ ਚੱਲ, ਬਾਰ-ਬਾਰ ਸੈਂਕੜੇ ਵਾਰ, ਹਜ਼ਾਰਾਂ ਵਾਰ ਭਾਵੇਂ ਇਸ ਤੀਰਥਾਂ ਤੇ ਇਸ਼ਨਾਨ ਕਰੀ ਚੱਲ, ਪਰ ਕਰੇ ਤੇਰਾ ਹਿਰਦਾ ਰੂਪੀ ਭਾਂਡਾ ਪਵਿੱਤਰ ਨਹੀਂ ਹੋ ਸਕੇਗਾ। ਗੁਰੂ ਦੁਆਰੇ ਹੋਏ, ਫਿਰ ਮਹਾਰਾਜ ਸੱਚੇ ਪਾਤਸ਼ਾਹ ਇਹ ਉਪਦੇਸ਼, ਇਹ ਸਿੱਖਿਆ, ਇਹ ਗਿਆਤ ਕਿੱਥੋਂ ਪ੍ਰਾਪਤ ਕੀਤੀ ਜਾ ਸਕਦੀ ਹੈ? ਮਹਾਰਾਜ ਕਹਿੰਦੇ ਗੁਰੂ ਦੁਆਰੇ ਹੋਏ। ਜਿਹੜਾ ਜੀਵ ਸਤਿਗੁਰੂ ਜੀ ਦੇ ਦੁਆਰੇ ਤੇ ਚੱਲ ਕਰਕੇ ਆ ਜਾਂਦਾ ਹੈ, ਮਹਾਰਾਜ ਸਾਹਿਬ ਜੀ ਦੀ ਸਤ ਸੰਗਤ ਰੂਪੀ ਦੁਆਰੇ ਤੇ ਭਾਵਨਾ ਦੇ ਨਾਲ ਆਉਂਦਾ ਹੈ, ਸੋਝੀ ਪਾਏ ਸੀ। ਉਸੇ ਵਡਭਾਗੇ ਪੁਰਖ ਨੂੰ ਸੋਝੀ ਪ੍ਰਾਪਤ ਹੁੰਦੀ ਹੈ ਕਿ ਹਿਰਦੇ ਰੂਪ ਭਾਂਡੇ ਨੂੰ ਕਿਵੇਂ ਚੰਗੀ ਤਰ੍ਹਾਂ ਪਵਿੱਤਰ ਕੀਤਾ ਜਾ ਸਕਦਾ ਹੈ। ਮਹਾਰਾਜ ਸਾਹਿਬ ਜੀ ਦੀ ਸਤ ਸੰਗਤ ਕੀਤੇ ਤੋਂ ਬਿਨਾਂ, ਸਤਿਗੁਰਾਂ ਦੇ ਉਪਦੇਸ਼ ਸੁਣ ਕਰਕੇ ਜੀਵਨ ਦੇ ਵਿੱਚ ਕਮਾਉਣ ਤੋਂ ਬਿਨਾਂ ਨਹੀਂ ਕਦੇ ਸਾਧ ਸੰਗਤ ਜੀ ਪਤਾ ਚੱਲਦਾ। ਜੀਵ ਅਗਿਆਤ ਤੇ ਹੋਰ ਹੀ ਕਰਮ ਕਾਂਡਾਂ ਵਿੱਚ ਫਸਿਆ ਰਹਿੰਦਾ, ਵਹਿਮਾਂ ਭਰਮਾਂ ਦਾ ਸ਼ਿਕਾਰ ਹੋ ਕਰਕੇ ਹੋਰ ਹੀ ਸੰਸਾਰ ਭਰ ਦੇ ਕਰਮ ਕਾਂਡ ਕਰਦਾ ਰਹਿੰਦਾ ਹੈ, ਪਰ ਕਦੇ ਆਪਣੇ ਹਿਰਦੇ ਨੂੰ ਪਵਿੱਤਰ ਨਹੀਂ ਬਣਾ ਸਕਦਾ। ਪਰ ਮਹਾਰਾਜ ਕਹਿੰਦੇ ਗੁਰੂ ਦੁਆਰੇ ਹੋਏ ਸੋਝੀ ਪਾਈ ਸੀ। ਜੇ ਕਿਤੇ ਸਤਿਗੁਰਾਂ ਦੇ ਸਤ ਸੰਗਤ ਰੂਪੀ ਦੁਆਰ ਤੇ ਆ ਜਾਵੇ, ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਨੂੰ ਸਰਵਣ ਕਰ ਲਵੇ, ਹੇ ਜੀਵਾ ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਮਹਾਰਾਜ ਸਾਹਿਬ ਜੀ ਦਾ ਉਪਦੇਸ਼ ਸੁਣ ਲਵੇ ਤਾਂ ਸਮਝ ਪੈਂਦੀ ਹੈ, ਤਾਂ ਹੀ ਮਹਾਰਾਜ ਕਹਿੰਦੇ ਸੋਝੀ ਆਉਂਦੀ ਹੈ। ਏਤ ਦੁਆਰੇ ਧੋਏ,
ਜੇ ਕਿਤੇ ਇਹ ਸਤ ਸੰਗਤ ਰੂਪੀ ਦੁਆਰੇ ਤੇ ਆ ਕੇ ਸਤਿਗੁਰਾਂ ਦੇ ਉਪਦੇਸ਼ ਦੁਆਰਾ ਮਹਾਰਾਜ ਕਹਿੰਦੇ ਨਾਮ ਰੂਪੀ ਸਾਬਣ ਲੈ ਕੇ ਪ੍ਰੇਮ ਦਾ ਜਲ ਪਾ ਕਰਕੇ ਹਿਰਦੇ ਨੂੰ ਭਾਂਡੇ ਨੂੰ ਧੋਣਾ ਕਰੇ। ਅੱਛਾ ਹੋਏ ਸੀ हे ਗੁਰਸਿੱਖੋ, ਤਾਂ ਇਹ ਹਿਰਦਾ ਰੂਪ ਭਾਂਡਾ ਹੱਛਾ ਹੋਵੇਗਾ ਤਾਂ ਇਹ ਪਵਿੱਤਰ ਹੋ ਸਕੇਗਾ, ਨਹੀਂ ਤਾਂ ਮਹਾਰਾਜ ਕਹਿੰਦੇ ਝੂਠਾ ਹੀ ਰਹਿ ਜਾਵੇਗਾ। ਕਦੇ ਮਹਾਰਾਜ ਕਹਿੰਦੇ ਪਾਪ ਕਰਮਾਂ ਰੂਪੀ ਥੰਧਿਆਈ ਨਹੀਂ ਲੈਣ ਵਾਲੀ, ਜਿੰਨੀ ਦੇਰ ਤੱਕ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਤੋਂ ਨਾਮ ਰੂਪੀ ਉਪਦੇਸ਼ ਦੀ ਦਾਤ ਲੈ ਕਰਕੇ ਜੀਵਨ ਦੇ ਅੰਦਰ ਨਾਮ ਦੀ ਕਮਾਈ ਨਹੀਂ ਕਰਦਾ, ਪਿਆਰ ਵਿੱਚ ਭਿੱਜ ਕੇ ਸ਼ਬਦ ਦਾ ਅਭਿਆਸ ਨਹੀਂ ਕਰਦਾ, ਉਦੋਂ ਤੱਕ ਮਹਾਰਾਜ ਕਹਿੰਦੇ ਕਦੇ ਹਿਰਦੇ ਨੂੰ ਪਵਿੱਤਰ ਨਹੀਂ ਕੀਤਾ ਜਾ ਸਕਦਾ। ਤੋ ਜਿਨ੍ਹਾਂ ਨੇ ਏਤ ਦੁਆਰੇ ਧੋਏ ਹੱਛਾ ਹੋਏ ਸੀ, ਸਤਿਗੁਰਾਂ ਦੇ ਉਪਦੇਸ਼ ਦੁਆਰਾ ਆਪਣੇ ਹਿਰਦੇ ਨੂੰ ਸਾਫ਼ ਕੀਤਾ ਹੈ, ਮਹਾਰਾਜ ਕਹਿੰਦੇ ਉਹਨਾਂ ਦਾ ਹਿਰਦਾ ਰੂਪੀ ਭਾਂਡਾ ਪਵਿੱਤਰ ਹੋ ਗਿਆ ਹੈ। ਮੈਲੇ ਹੱਛੇ ਕਾ ਵਿਚਾਰ, ਤੇ ਮਹਾਰਾਜ ਫਿਰ ਮੈਲੇ ਦਾ ਔਰ ਸੱਚੇ ਪਾਤਸ਼ਾਹ ਜੀ ਹੱਛੇ ਨਿਰਮਲ ਦਾ ਭਾਵ ਝੂਠੇ ਦਾ ਔਰ ਸੁੱਚੇ ਦਾ ਜਿਹੜਾ ਵਿਚਾਰ ਹੈ ਕੌਣ ਕਰਦਾ, ਕਿਵੇਂ ਪਤਾ ਚੱਲਦਾ ਹੈ। ਮਹਾਰਾਜ ਤਨ ਕਰਕੇ ਤਾਂ ਹਰ ਕੋਈ ਭਾਵੇਂ ਬੜੀ ਸੁਚਮਤਾ ਰੱਖਦਾ ਹੈ, ਬੜੀ ਮਹਾਰਾਜ ਸੁੱਚੇ ਕੱਪੜੇ ਵੀ ਧਾਰਨ ਕਰਕੇ ਰੱਖਦਾ ਹੈ, ਪਰ ਮਨ ਕਿਹਦਾ ਸੁੱਚਾ ਤੇ ਕਿਸ ਦਾ ਝੂਠਾ ਉਹ ਕਿਵੇਂ ਪਤਾ ਚੱਲਦਾ ਹੈ। ਹਜੂਰ ਫਰਮਾਉਂਦੇ ਹਨ ਆਪ ਵਰਤਾਏ ਸੀ। ਮਹਾਰਾਜ ਕਹਿੰਦੇ ਮੈਲੇ ਹੱਛੇ ਕਾ ਵਿਚਾਰ, ਇਹ ਵਿਚਾਰ ਪ੍ਰਮਾਤਮਾ ਆਪ ਵਰਤਾਉਂਦਾ, ਆਪ ਜਾਣਦਾ ਹੈ। ਜਾਂ ਫਿਰ ਕਿਸ ਹਿਰਦੇ ਨੂੰ ਜਿਹੜੇ ਸੰਸਾਰ ਦੇ ਹੰਕਾਰ ਰੂਪੀ ਅਪਵਿੱਤਰ ਦਾ ਝੂਠ ਲਾ ਕਰਕੇ ਰੱਖਣਾ ਹੈ, ਕਿਸ ਹਿਰਦੇ ਨੂੰ ਹੱਛਾ ਕਰਨਾ, ਪਵਿੱਤਰ ਕਰਨਾ ਹੈ। ਮਹਾਰਾਜ ਕਹਿੰਦੇ ਇਹ ਵਿਚਾਰ ਉਹ ਪ੍ਰਮਾਤਮਾ ਆਪ ਹੀ ਕਰਦਾ ਹੈ, ਜੀਵ ਦਾ ਆਪਣਾ ਕੋਈ ਚਾਰਾ ਨਹੀਂ ਹੈ। ਜੀਵ ਆਪ ਚਾਹ ਕਰਕੇ ਵੀ ਮਹਾਰਾਜ ਕਹਿੰਦੇ ਕਦੇ ਦਾਤ ਨਹੀਂ ਪਾ ਸਕਦਾ। ਮਤ ਕੋ ਜਾਣੈ ਜਾਏ, ਸੱਚੇ ਪਾਤਸ਼ਾਹ ਜਿਹੜੇ ਸੰਸਾਰ ਦੇ ਜੀਵ ਕਰਮ ਕਰਦੇ ਆ, ਗਰੀਬ ਨਵਾਜ ਮਰ ਕੇ ਕਿਹੜਾ ਉਹਨਾਂ ਨੂੰ ਦੁਬਾਰਾ ਕਰਮਾਂ ਦਾ ਹਿਸਾਬ ਕਿਤਾਬ ਦੇਣਾ ਪੈਂਦਾ, ਮਹਾਰਾਜ ਉਹਨਾਂ ਦਾ ਫਲ ਭੋਗਣਾ ਪੈਂਦਾ। ਮਹਾਰਾਜ ਕਹਿੰਦੇ ਜ਼ਰੂਰ ਬਰ ਜ਼ਰੂਰ ਭੋਗਣਾ ਪੈਂਦਾ ਹੈ। ਮਤ ਕੋ ਜਾਣੈ ਜਾਏ, ਇਹ ਮਾਤਾ ਕੋਈ ਮਹਾਰਾਜ ਕਹਿੰਦੇ ਭੁਲੇਖੇ ਵਿੱਚ ਪੈ ਕੇ ਰਹਿਣਾ ਕਰੇ। ਅੱਗੇ ਪਾਏ ਸੀ ਕਿ ਮੈਂ ਹੁਣ ਜਿਹੜਾ ਕਰਮਾਂ ਦਾ ਬੀਜ ਬੀਜਿਆ ਉਹਦਾ ਫਲ ਮੈਨੂੰ ਨਹੀਂ ਭੋਗਣਾ ਪਵੇਗਾ। ਮੇਰਾ ਤੇ ਹੁਣ ਜ਼ਿੰਦਗੀ ਦਾ ਸਮਾਂ ਲੰਘ ਗਿਆ, ਮੈਨੂੰ ਥੋੜਾ ਹੁਣ ਫਲ ਭੋਗਣਾ ਪੈਣਾ ਮਾੜੇ ਕਰਮਾਂ ਦਾ। ਸੱਚੇ ਪਾਤਸ਼ਾਹ ਕਹਿੰਦੇ ਮਤ ਕੋ ਜਾਣੈ ਜਾਏ, ਅੱਗੇ ਪਾਈ ਸੀ ਭੁੱਲ ਕੇ ਵੀ ਕਦਾ ਏਦਾਂ ਕੋਈ ਸੋਚੇ ਨਾ। ਐਵੇਂ ਨਾ ਕਦੇ ਕੋਈ ਜਾਣਨਾ ਕਰੇ ਕਿ ਮੇਰੇ ਜਿਹੜੇ ਕਰਮਾਂ ਦੇ ਬੀਜੇ ਹੋਏ ਬੀਜ ਆ, ਅੱਗੇ ਜਾ ਕੇ ਉਹਨਾਂ ਦਾ ਫਲ ਨਹੀਂ ਮੈਨੂੰ ਭੋਗਣਾ ਪਵੇਗਾ। ਜਿਹੜੇ ਮੈਂ ਕੀਤੇ ਮਾੜੇ ਕਰਮ ਹੈ, ਪਾਪ ਕਰਮ ਕੀਤੇ, ਉਹਨਾਂ ਦਾ ਫਲ ਮੈਨੂੰ ਨਹੀਂ ਭੋਗਣਾ ਪਵੇਗਾ। ਸਤਿਗੁਰੂ ਜੀ ਕਹਿੰਦੇ ਗੁਰਸਿੱਖੋ ਕਦੇ ਵੀ ਐਸਾ ਨਹੀਂ ਸੋਚਣਾ ਚਾਹੀਦਾ। ਜਿਹੇ ਕਰਮ ਕਮਾਏ, ਕਿਉਂਕਿ ਮਨੁੱਖ ਜਿਹੋ ਜਿਹੇ ਜੀਵਨ ਦੇ ਵਿੱਚ ਚੰਗੇ ਔਰ ਮੰਦੇ ਕਰਮ ਕਮਾਉਂਦੇ ਹਨ, ਤੇਹਾ ਹੋਏ ਸੀ। ਉਹ ਜਿਹਾ ਮਹਾਰਾਜ ਕਹਿੰਦੇ ਉਹਨਾਂ ਦੇ ਨਾਲ ਹੁੰਦਾ, ਭਾਵ ਉਹ ਜਿਹਾ ਉਹਨਾਂ ਨੂੰ ਫਲ ਭੋਗਣਾ ਪੈਂਦਾ ਹੈ। ਜਿਹੋ ਜਿਹੇ ਕਰਮਾਂ ਦੇ ਬੀਜ ਬੀਜਦੇ ਐ, ਤੇਹਾ ਹੋਏ ਸੀ, ਉਹ ਜਿਹੇ ਮਹਾਰਾਜ ਕਹਿੰਦੇ ਉਹਨਾਂ ਨੂੰ ਫਲ ਵੱਢਣਾ ਪੈਂਦਾ ਹੈ। ਭਾਵੇਂ ਇਸ ਜਨਮ ਦੇ ਵਿੱਚ ਮਿਲ ਜਾਵੇ, ਚਾਹੇ ਅਗਲੇ ਜਨਮਾਂ ਦੇ ਵਿੱਚ ਫਲ ਭੋਗਣਾ ਪਵੇ। ਕਿਉਂਕਿ ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵਾਨ। ਕਰਮਾਂ ਦੀ ਗਤੀ ਇੰਨੀ ਬਲ ਵਾਲੀ ਹੈ ਕਿ ਜਿੰਨੀ ਦੇਰ ਤੱਕ ਕਰਮਾਂ ਦਾ ਫਲ ਨਹੀਂ ਭੋਗ ਲੈਂਦਾ, ਮਨੁੱਖ ਦੇ ਪਰਛਾਵੇਂ ਦੀ ਤਰ੍ਹਾਂ ਇਹ ਕਰਮ ਨਾਲ ਦੇ ਨਾਲ ਤੁਰੇ ਜਾਂਦੇ ਆ। ਫਿਰ ਮਹਾਰਾਜ ਆਪ ਜੀ ਦੀ ਸ਼ਰਨ ਧਾਰਨ ਕਰਨ ਦਾ ਕੀ ਲਾਭ ਹੈ। ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਜਿਨ੍ਹਾਂ ਤੇ ਕਿਰਪਾ ਕਰ ਦਿੰਦੇ, ਉਹਨਾਂ ਦੇ ਕਰੋੜਾਂ ਕਰਮ ਕੱਟੇ ਜਾਂਦੇ ਆ। ਸੰਗਤ ਜੀ ਪੂਰੇ ਸਤਿਗੁਰੂ ਜੀ ਦੇ ਅੰਦਰ ਵਡਿਆਈ ਹੈ। ਇਹ ਮਹਾਰਾਜ ਸਾਹਿਬ ਜੀ ਗੁਰੂ ਨਾਨਕ ਪਾਤਸ਼ਾਹੀ ਦੇ ਘਰ ਦੀ ਪਰਮ ਵਡਿਆਈ ਹੈ। ਗੁਰ ਕਾ ਸ਼ਬਦ ਕਾਟੈ ਕੋਟ ਕਰਮ। ਮਹਾਰਾਜ ਸਾਹਿਬ ਜੀ ਦਾ ਸ਼ਬਦ, ਸਤਿਗੁਰਾਂ ਦਾ ਪਰਮ ਉਪਦੇਸ਼ ਕਰੋੜਾਂ ਕਰਮਾਂ ਨੂੰ ਕੱਟ ਦਿੰਦਾ ਹੈ। ਜੇ ਕਿਤੇ ਸਿੱਖ ਭਾਵਨਾ ਦੇ ਨਾਲ ਗੁਰੂ ਕੀ ਸ਼ਰਨ ਵਿੱਚ ਆ ਜਾਂਦਾ ਹੈ, ਸਤਿਗੁਰੂ ਜੀ ਸੂਲੀ ਤੋਂ ਸੂਲ ਦੇ ਵਿੱਚ ਦੁੱਖਾਂ ਨੂੰ ਕੱਟ ਦਿੰਦੇ ਹਨ। ਇਹ ਮਹਾਰਾਜ ਸਾਹਿਬ ਜੀ ਦਾ ਬਿਰਧ ਹੈ। ਕਰਤੇ ਦੇ ਲਿਖੇ ਹੋਏ ਲਿਖਤ ਨੂੰ ਵੀ ਪ੍ਰਮਾਤਮਾ ਦੇ ਲਿਖੇ ਹੋਏ ਲੇਖ ਨੂੰ ਮਿਟਾਉਂਦੇ ਨਹੀਂ ਹੈ, ਪਰ ਬਹੁਤੇ ਦੁੱਖ ਨੂੰ ਥੋੜੇ ਵਿੱਚ ਹੀ ਮਹਾਰਾਜ ਸੁਪਨੇ ਦੇ ਵਿੱਚ ਹੀ ਭੁਗਤਾ ਦਿੰਦੇ ਹਨ। ਸਾਧ ਸੰਗਤ ਜੀ ਗੁਰਸਿੱਖਾਂ ਦੇ ਜੀਵਨ ਪੜ੍ਹ ਕੇ ਦੇਖੀਏ,
ਜਿਵੇਂ ਸਾਧ ਸੰਗਤ ਜੀ ਭਾਈ ਦਿਆਲ ਦਾਸ ਜੀ ਹੋਏ ਹੈ ਨਾ, ਤਿਨਾਂ ਨੇ ਮਹਾਰਾਜ ਸਾਹਿਬ ਜੀ ਦਾ ਬਚਨ ਮੰਨ ਕੇ ਪਰਿਵਾਰ ਸਮੇਤ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ। ਤੇ ਜਦੋਂ ਰਾਤ ਵਿਸ਼ਰਾਮ ਕਰ ਰਹੇ ਸੀ, ਕਦੇ ਕਿਸੇ ਜੂਨ ਦੇ ਵਿੱਚ ਕਦੇ ਕਿਸੇ ਜੂਨ ਦੇ ਵਿੱਚ ਬੜੇ ਬੜੇ ਭਿਆਨਕ ਸੁਪਨੇ ਆਉਂਦੇ ਰਹੇ। ਅੰਮ੍ਰਿਤ ਵੇਲਾ ਹੋਇਆ, ਸਤਿਗੁਰਾਂ ਦਾ ਦੀਵਾਨ ਸਜਿਆ, ਪਰ ਇਹ ਦੀਵਾਨ ਵਿੱਚ ਆ ਕੇ ਬੇਨਤੀ ਕੀਤੀ, ਮਹਾਰਾਜ ਰਾਤ ਸੁੱਤਿਆਂ ਹੋਇਆਂ ਬੜੇ ਡਰਾਉਣੇ ਸੁਪਨੇ ਮੈਨੂੰ ਆਉਂਦੇ ਰਹੇ ਸਨ, ਮੈਂ ਤਾਂ ਬਾਰ-ਬਾਰ ਤਬਕੀ ਜਾ ਰਿਹਾ ਸਾਂ। ਮਹਾਰਾਜ ਚੰਗਾ ਮੈਨੂੰ ਤੁਸੀਂ ਅੰਮ੍ਰਿਤ ਛਕਾਇਆ। ਗਰੀਬ ਨਵਾਜ ਸਤਿਗੁਰਾਂ ਨੇ ਬਚਨ ਕੀਤਾ, ਕਹਿਣ ਲੱਗੇ ਭਾਈ ਦਿਆਲ ਸਿੰਘ ਜਿੰਨੇ ਤੂੰ ਸੁਪਨੇ ਦੇਖੇ ਨਾ, ਸੁਪਨੇ ਵਿੱਚ ਜਨਮ ਦੇਖੇ, ਕਦੇ ਕਿਸੇ ਜੂਨ ਦੇ ਵੀ ਜਨਮ ਧਾਰਨ ਕਰਦਾ, ਕਦੇ ਕਿਸੇ ਜੂਨ ਦੇ ਵਿੱਚ, ਇਹ ਸਾਰੇ ਦੇ ਸਾਰੇ ਜਨਮ ਤੈਨੂੰ ਧਾਰਨ ਕਰਨੇ ਪੈਣੇ ਸਨ, ਪਰ ਤੂੰ ਸਾਡਾ ਬਚਨ ਮੰਨਿਆ, ਗੁਰੂ ਵਾਲਾ ਬਣਿਆ, ਖੰਡੇ ਬਾਟੇ ਦਾ ਅੰਮ੍ਰਿਤ ਛਕ ਲਿਆ। ਇਸ ਕਰਕੇ ਜੋ ਵੀ ਸਿੱਖ ਸਾਡੀ ਸ਼ਰਨ ਵਿੱਚ ਚੱਲ ਕਰਕੇ ਆਉਂਦਾ, ਇਹ ਗੁਰੂ ਨਾਨਕ ਪਾਤਸ਼ਾਹੀ ਦੇ ਘਰ ਦੀ ਵਡਿਆਈ ਹੈ। ਉਹਦੇ ਜਨਮਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੀ ਸੁਪਨੇ ਵਿੱਚ ਹੀ ਭੁਗਤਾ ਦਿੰਦੇ ਹਾਂ। ਇਹ ਸਾਰੇ ਜਨਮ ਤੂੰ ਧਾਰਨ ਕਰਨੇ ਸਨ ਬਾਰ-ਬਾਰ, ਪਰ ਗੁਰੂ ਵਾਲਾ ਬਣਨੇ ਕਰਕੇ ਮਹਾਰਾਜ ਕਹਿੰਦੇ ਸਾਰੇ ਸੁਪਨੇ ਵਿੱਚ ਹੀ ਭੁਗਤਾ ਦਿੱਤੇ ਹੈ। ਸੱਚੇ ਪਾਤਸ਼ਾਹੀ ਦੇ ਘਰ ਦੀ ਇਹ ਪਰਮ ਵਡਿਆਈ ਹੈ ਸੰਗਤ ਜੀ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਹਜੂਰ ਕਹਿੰਦੇ ਜੇ ਇਹ ਕਰਮ ਕਮਾਏ ਤੇਹਾ ਹੋਏ ਸੀ, ਪਰ ਜਿਹੜੇ ਮਨਮੁਖ ਜੀਵ ਹਨ ਜਿੱਦਾਂ ਦੇ ਕਰਮਾਂ ਦਾ ਬੀਜ ਬੀਜਦੇ ਉਦਾਂ ਦਾ ਫਲ ਉਹਨਾਂ ਨੂੰ ਭੋਗਣਾ ਹੀ ਪੈਂਦਾ। ਗੁਰੂ ਵਾਲੇ ਵੀ ਨਹੀਂ ਬਣਦੇ, ਗੁਰ ਉਪਦੇਸ਼ ਵੀ ਜੀਵਨ ਵਿੱਚ ਨਹੀਂ ਕਮਾਉਂਦੇ, ਇਸ ਕਰਕੇ ਉਹੋ ਜਿਹਾ ਫਲ ਉਹਨਾਂ ਨੂੰ ਭੋਗਣਾ ਪੈਂਦਾ ਹੈ। ਅੰਮ੍ਰਿਤ ਹਰਿ ਕਾ ਨਾਉ, ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜੋ ਅੰਮ੍ਰਿਤ ਵਰਗਾ ਹੈ, ਅਮਰ ਦੇ ਅਮਰ ਪਦਵੀ ਦਿਵਾਉਣ ਵਾਲਾ ਪਰਮੇਸ਼ਰ ਦਾ ਨਾਮ ਹੈ। ਆਪ ਵਰਤਾਏ ਸੀ, ਪਰਮਾਤਮਾ ਆਪ ਗੁਰੂ ਰੂਪ ਹੋ ਕਰਕੇ ਵਰਤਾਵੰਦਾ ਹੈ। ਪਰਮੇਸ਼ਰ ਆਪ ਕਿਰਪਾ ਕਰਕੇ ਹਿਰਦੇ ਅੰਦਰ ਨਾਮ ਦੀ ਦਾਤ ਦੇਣ ਵਾਲਾ ਹੈ। ਸਤਿਗੁਰੂ ਰੂਪ ਹੋ ਕਰਕੇ ਆਪ ਹੀ ਮਹਾਰਾਜ ਸਾਹਿਬ ਜੀ ਨਾਮ ਦੀ ਦਾਤ ਦਿੰਦੇ ਹਨ। ਚੱਲਿਆ ਪਤ ਸਿਓ ਜਨਮ ਸਵਾਰ, ਜਿਨ੍ਹਾਂ ਦੇ ਹਿਰਦੇ ਅੰਦਰ ਮਹਾਰਾਜ ਸਾਹਿਬ ਜੀ ਨੇ ਨਾਮ ਦੀ ਦਾਤ ਬਖਸ਼ੀ ਹੈ ਨਾ, ਸਤਿਗੁਰੂ ਜੀ ਕਹਿੰਦੇ ਹਨ ਚੱਲਿਆ ਪਤ ਸਿਓ ਜਨਮ ਸਵਾਰ। ਉਹ ਗੁਰਮੁਖ ਪਿਆਰਾ ਸੰਸਾਰ ਤੋਂ ਆਪਣੀ ਪਤ ਇੱਜ਼ਤ ਸਹਿਤ ਆਪਣੇ ਜਨਮ ਨੂੰ ਸਵਾਰ ਕੇ ਸਫਲਾ ਕਰਕੇ ਚੱਲਿਆ ਹੈ। ਸੰਗਤ ਜੀ ਗੁਰਮੁਖ ਪਿਆਰੇ ਆਪਣੇ ਜੀਵਨ ਨੂੰ ਸਵਾਰ ਕਰਕੇ ਜਾਂਦੇ ਐ। ਮਨਮੁਖ ਆਪਣਾ ਜੀਵਨ ਵਿਗਾੜ ਕਰਕੇ ਜਾਂਦੇ, ਜੀਵਨ ਬਰਬਾਦ ਕਰਕੇ ਜਾਂਦੇ ਸੰਸਾਰ ਤੋਂ। ਗੁਰਮੁਖ ਪਿਆਰੇ ਸਵਾਰ ਕਰਕੇ ਜਾਂਦੇ ਹਨ। ਸ਼ਬ ਗੁਣਾ ਦੇ ਸਹਿਤ ਮਹਾਰਾਜ ਜੀ ਦੇ ਦਰਸਾਏ ਹੋਏ ਮਾਰਗ ਤੇ ਚੱਲ ਕਰਕੇ ਜੀਵਨ ਨੂੰ ਸਵਾਰ ਕੇ ਸੰਸਾਰ ਤੋਂ ਜਾਂਦੇ ਐ। ਲੋਕ ਪਰਲੋਕ ਦੇ ਵਿੱਚ ਮਹਾਰਾਜ ਕਹਿੰਦੇ ਪਤ ਇੱਜ਼ਤ ਸਹਿਤ ਰਹਿੰਦੇ ਐ। ਜੀਵਨ ਕਾਲ ਦੌਰਾਨ ਬੇਦਾਗ ਜੀਵਨ ਨਿਰਵਾਹ ਕਰਦੇ, ਨਿਹਕਲੰਕ ਹੋ ਕਰਕੇ ਰਹਿੰਦੇ ਐ। ਜ਼ਿੰਦਗੀ ਵਿੱਚ ਕੋਈ ਕਲੰਕ ਕੋਈ ਦਾਗ ਨਹੀਂ ਉਹਨਾਂ ਨੂੰ ਲੱਗਣ ਦੇਣ ਦਾ ਪਰਮਾਤਮਾ, ਜਿਨ੍ਹਾਂ ਦੇ ਹਿਰਦੇ ਅੰਦਰ ਨਾਮ ਦੀ ਦਾਤ ਬਖਸ਼ਿਸ਼ ਕਰ ਦਿੰਦਾ। ਪਰ ਲੋਕ ਵਿੱਚ ਵੀ ਪਰਮੇਸ਼ਰ ਆਪ ਕਿਰਪਾ ਕਰਕੇ ਉਹਨਾਂ ਦਾ ਸਹਾਈ ਬਣਦਾ। ਮਹਾਰਾਜ ਕਹਿੰਦੇ ਚੱਲਿਆ ਪਤ ਸਿਓ ਜਨਮ ਸਵਾਰ। ਹਜੂਰ ਕਹਿੰਦੇ ਉਹ ਵਡਭਾਗਾ ਪੁਰਖ ਗੁਰਮੁਖ ਪਿਆਰਾ ਪਤ ਇੱਜ਼ਤ ਸਹਿਤ ਸੰਸਾਰ ਤੋਂ ਆਪਣੇ ਜਨਮ ਨੂੰ ਸਵਾਰ ਕਰਕੇ ਚੱਲਿਆ ਹੈ। ਵਾਜਾ ਵਾਏ ਸੀ, ਫਿਰ ਸਾਧ ਸੰਗਤ ਜੀ ਉਹਨਾਂ ਦੇ ਜੈ ਜੈਕਾਰ ਦੇ ਵਾਜੇ ਵੱਜਦੇ ਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਲੋਕ ਪਰਲੋਕ ਵਿੱਚ ਤਿਨਾਂ ਦੀ ਜੈ ਜੈਕਾਰ ਹੁੰਦੀ ਹੈ। ਦੇਵੀ ਦੇਵਤੇ ਵੀ ਰਸਤੇ ਵਿੱਚ ਜਿਹੜੀਆਂ ਉਹਨਾਂ ਦੀਆਂ ਪੁਰੀਆਂ ਹਨ, ਉਹ ਵੀ ਉੱਠ ਕਰਕੇ ਆਪਣੇ ਸਿੰਘਾਸਨਾਂ ਤੋਂ ਅਦਬ ਦੇ ਨਾਲ ਉੱਠ ਕੇ ਉਹਨਾਂ ਗੁਰਮੁਖਾਂ ਦਾ ਰੱਬੀ ਰੂਹਾਂ ਦਾ ਸਤਿਕਾਰ ਕਰਦੇ, ਬੜਾ ਸਨਮਾਨ ਕਰਦੇ ਐ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਹਿਰਦੇ ਅੰਦਰ ਨਾਮ ਦੀ ਦਾਤ ਨੂੰ ਧਾਰਨ ਕੀਤਾ ਸਭ ਉਹਨਾਂ ਦਾ ਸਤਿਕਾਰ ਕਰਦੇ ਐ। ਹਜੂਰ ਦਾ ਬਚਨ ਆਉਂਦਾ ਨਾ, ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਲੋਕ ਪਰਲੋਕ ਦੇ ਵਿੱਚ ਉਹਨਾਂ ਦੀ ਜੈ ਜੈਕਾਰ ਹੋ ਰਹੀ ਹੈ। ਮਾਨਸ ਕਿਆ ਵਿਚਾਰਾ, ਮਹਾਰਾਜ ਕਹਿੰਦੇ ਮਾਨਸੇ ਬਪੜਾ ਮਨੁੱਖ ਭਲਾ ਵਿਚਾਰਾ ਕੀ ਹੈ। ਇਹ ਜੀਵ ਆਪਣਾ ਬਲ ਨਹੀਂ ਕਦੇ ਵੀ ਕੁਝ ਕਿਤੇ ਸਥਾਨ ਤੇ ਲਾ ਸਕਦਾ। ਜੀਵ ਦਾ ਆਪਣਾ ਕੋਈ ਵੀ ਚਾਰਾ ਨਹੀਂ ਹੈ। ਤਿਹੋ ਲੋਕ ਸੁਣਾਏ ਸੀ, ਉਹ ਪਰਮਾਤਮਾ ਤਿੰਨਾਂ ਲੋਕਾਂ ਦੇ ਵਿੱਚ ਆਪਣੇ ਪਿਆਰਿਆਂ ਦੀ ਸੋਭਾ, ਆਪਣੇ ਪਿਆਰਿਆਂ ਦਾ ਪਰਮ ਜਸ ਸੁਣਾ ਦਿੰਦਾ ਹੈ। ਜਿਨ੍ਹਾਂ ਤੇ ਪਰਮਾਤਮਾ ਆਪ ਕਿਰਪਾ ਕਰ ਦਿੰਦਾ, ਹਿਰਦੇ ਅੰਦਰ ਨਾਮ ਦੀ ਦਾਤ ਬਖਸ਼ਿਸ਼ ਕਰ ਦਿੰਦਾ।
ਮਾਨਸ ਕਿਆ ਵਿਚਾਰਾ, ਇਹ ਮਾਨਸ ਮਨੁੱਖ ਵਾਪਰਿਆਂ ਦੀ ਭਲਾ ਕੀ ਗੱਲ ਹੈ। ਤਿੰਨਾਂ ਲੋਕਾਂ ਦੇ ਵਿੱਚ ਰਹਿਣ ਵਾਲੇ ਜੀਵ ਵੀ ਮਹਾਰਾਜ ਕਹਿੰਦੇ ਉਹਨਾਂ ਦਾ ਸਨਮਾਨ ਕਰਦੇ ਐ। ਸਭ ਥਾਵਾਂ ਤੇ ਪਰਮੇਸ਼ਰ ਆਪਣੇ ਪਿਆਰਿਆਂ ਦਾ ਜਸ ਵਰਤਾ ਦਿੰਦਾ ਹੈ। ਨਾਨਕ ਆਪ ਨਿਹਾਲ। ਸਤਿਗੁਰੂ ਸੱਚੇ ਪਾਤਸ਼ਾਹੀ ਦੇ ਚਰਨਾਂ ਵਿੱਚ ਬੇਨਤੀ ਕਰਦੇ ਨੇ ਸਿੱਖ ਮਹਾਰਾਜ ਕਿ ਐਨੇ ਉੱਚੇ ਸੁੱਚੇ ਜੀਵਨ ਵਾਲਾ, ਸਭ ਥਾਵਾਂ ਤੇ ਪ੍ਰਤਾਪ, ਸਭ ਥਾਵਾਂ ਤੇ ਜਸ ਹੋਣ ਵਾਲਾ, ਕਿ ਉਹ ਆਪ ਹੀ ਭਵ ਸਾਗਰ ਤੋਂ ਤਰਦਾ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਨੇ, ਗੁਰਸਿੱਖੋ, ਨਾਨਕ ਆਪ ਨਿਹਾਲ, ਆਪ ਤਾਂ ਮੁਕਤ ਹੁੰਦਾ ਹੀ ਹੈ, ਆਪ ਲੋਕ ਪਰਲੋਕ ਦੇ ਵਿੱਚ ਜੀਵਨ ਮੁਕਤੀ ਦਾ ਆਨੰਦ ਮਾਣਦਾ ਹੈ। ਸਭ ਕੁਲ ਤਾਰਸੀ, ਉਹ ਆਪਣੀਆਂ ਸਾਰੀਆਂ ਕੁਲਾਂ ਨੂੰ ਵੀ ਭਵ ਸਾਗਰ ਤੋਂ ਤਾਰ ਦਿੰਦਾ ਹੈ। ਮਹਾਰਾਜ ਕਹਿੰਦੇ ਜਿਹੜੇ ਉਹਨਾਂ ਦੇ ਪਿਤਰ ਹੁੰਦੇ ਆ ਉਹ ਵੀ ਭਵ ਸਾਗਰ ਤੋਂ ਤਰ ਜਾਂਦੇ ਨੇ, ਉਹਨਾਂ ਦੀਆਂ ਕੁਲਾਂ ਦਾ ਵੀ ਉਧਾਰ ਹੋ ਜਾਂਦਾ ਹੈ। ਜੋ ਅਕਾਲ ਪੁਰਖ ਵਾਹਿਗੁਰੂ ਜੀ ਦੇ ਭਾਣੇ ਵਿੱਚ ਰਹਿ ਕੇ ਸਤਿਗੁਰਾਂ ਦੀ ਦਰਸਾਏ ਹੋ ਮਾਰਗ ਤੇ ਚੱਲਦੇ ਨੇ, ਮਹਾਰਾਜ ਕਹਿੰਦੇ ਲੋਕ ਪਰਲੋਕ ਦੇ ਵਿੱਚ ਉਹਨਾਂ ਦਾ ਆਪਣਾ ਮੁਖ ਉਜਲਾ ਹੁੰਦਾ ਹੈ ਔਰ ਉਹਨਾਂ ਦੀਆਂ ਕੁਲਾਂ ਦਾ ਵੀ ਉਧਾਰ ਹੋ ਜਾਂਦਾ ਹੈ। ਜਿਨ੍ਹਾਂ ਨੇ ਸਾਧ ਸੰਗਤ ਜੀ ਘਾਲਣਾ ਘਾਲ ਕਰਕੇ, ਮਿਹਨਤ ਕਰਕੇ ਜੀਵਨ ਦੇ ਵਿੱਚ ਆਲਸ ਦਾ ਤਿਆਗ ਕਰਕੇ ਸ਼ਬਦ ਦਾ ਅਭਿਆਸ ਕੀਤਾ ਹੈ, ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਨੂੰ ਜੀਵਨ ਦੇ ਵਿੱਚ ਸਤ ਕਰਕੇ ਧਾਰਨ ਕੀਤਾ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਵਾਹਿਗੁਰੂ ਨੇ ਬਹੁਤ ਉਹਨਾਂ ਨੂੰ ਪ੍ਰਤਾਪ ਬਖਸ਼ਿਸ਼ ਕੀਤਾ। ਜਿਨੇ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਕਈਆਂ ਤੋਂ ਜਮਾਂ ਦਾ ਖਹਿੜਾ ਛੁੱਟ ਜਾਂਦਾ ਹੈ, ਉਹਨਾਂ ਦੇ ਸੰਗੀ ਸਾਥੀ ਵੀ ਭਵ ਸਾਗਰ ਤੋਂ ਤਰ ਜਾਂਦੇ ਨੇ। ਜਿਨ੍ਹਾਂ ਤੇ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ, ਤੋ ਹਜੂਰ ਕਹਿੰਦੇ ਨਾਨਕ ਆਪ ਨਿਹਾਲ, ਸਭ ਕੁਲ ਤਾਰਸੀ, ਆਪ ਮੁਕਤ ਹੋਏ ਆ, ਸਭ ਆਪਣੀਆਂ ਕੁਲਾਂ ਨੂੰ ਵੀ ਤਿੰਨਾਂ ਨੇ ਭਵ ਸਾਗਰ ਤੋਂ ਤਾਰ ਦਿੱਤਾ ਹੈ। ਗਰੀਬ ਨਵਾਜ ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਅੱਜ ਦੇ ਵਿਚਾਰ ਦੀ ਇੱਥੇ ਹੀ ਸਮਾਪਤੀ ਹੈ। ਗੁਰਬਾਣੀ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਮਾਨਸ ਕਿਆ ਵਿਚਾਰਾ, ਤਿਹੁ ਲੋਕ ਸੁਣਾਏ ਸੀ, ਨਾਨਕ ਆਪ ਨਿਹਾਲ, ਸਭ ਕੁਲ ਤਾਰਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।